ਸੈਕੰਡ ਸੈਮੂਅਲ ਤੋਂ ਇਹਨਾਂ ਦਿਨਾਂ ਦੇ ਵਿੱਚ ਪੜ੍ਹਦੇ ਪਏ ਹਾਂ, ਲੇਕਿਨ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ ਦਾਊਦ ਦਾ ਜ਼ਿਕਰ ਆ। ਜਿਸ ਵੇਲੇ ਅਸੀਂ ਪਹਿਲਾ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚ ਮੋਸਟਲੀ ਦਾਊਦ ਦਾ ਬਹੁਤ ਜ਼ਿਕਰ ਆ। ਕਾਫੀ ਲੰਬੇ ਸਮੇਂ ਤੱਕ ਜਿਹੜਾ ਪਹਿਲਾ ਇਤਿਹਾਸ ਆ ਦਾਊਦ ਦੀਆਂ ਗੱਲਾਂ ਕਰਦਾ। ਦਾਊਦ ਦੇ ਬਾਰੇ ਸਾਨੂੰ ਉਹ ਚੀਜ਼ਾਂ ਦੱਸਦਾ ਜਿਹੜੀਆਂ ਸਾਨੂੰ ਪਹਿਲਾ ਤੇ ਦੂਜਾ ਸੈਮੂਅਲ ਨਹੀਂ ਦੱਸਦਾ। ਔਰ ਇਸ ਦੀ ਇੱਕ ਸਭ ਤੋਂ ਵੱਡੀ ਬਰਕਤ ਇਹ ਆ ਕਿ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਦੀ ਗੁਜ਼ਰਦੇ ਪਏ ਹਾਂ ਦਾਊਦ ਦੀ ਉਮਰ ਦੇ ਨਾਲ ਨਾਲ। ਦਾਊਦ ਨੇ ਬਹੁਤ ਸਾਰੇ ਜ਼ਬੂਰ ਜਿਹੜੇ ਸੀਗੇ, ਬਹੁਤ ਸਾਰੇ ਜਿਹੜੇ ਭਜਨ ਸੀਗੇ, ਉਹ ਆਪਣੀ ਸਾਰੀ ਥਰੂ ਆਊਟ ਜ਼ਿੰਦਗੀ ਲਿਖੇ ਆ। ਔਰ ਕੁਛ ਭਜਨ ਉਸਦੇ ਲਿਖੇ ਸੀਗੇ ਲੇਕਿਨ ਗਾਏ ਉਦੋਂ ਗਏ ਪ੍ਰਭੂ ਦੀ ਹਜ਼ੂਰੀ ਦੇ ਮੂਹਰੇ। ਇਸ ਵੇਲੇ ਦਾਊਦ ਦੇ ਲਈ ਇਸ ਤੋਂ ਵੱਡਾ ਮੌਕਾ ਹੋਰ ਕੋਈ ਨਹੀਂ। ਜਿਸ ਵੇਲੇ ਪ੍ਰਭੂ ਨੇ ਵਾਅਦਾ ਕੀਤਾ ਸੀ ਅਬਰਾਹਮ ਦੇ ਨਾਲ ਕਿ ਮੈਂ ਤੇਰੀ ਸੰਤਾਨ ਨੂੰ ਬਰਕਤ ਦਊਂਗਾ, ਮੈਂ ਤੇਰੀ ਸੰਤਾਨ ਨੂੰ ਉਹਨਾਂ ਦੇ ਉੱਤੇ ਕਿਰਪਾ ਕਰੂੰਗਾ, ਤੂੰ ਮੇਰੇ ਪਿੱਛੇ ਚੱਲ। ਕਹਿੰਦਾ ਤੂੰ ਮੈਨੂੰ ਕੀ ਦਿੱਤਾ ਕੀ ਆ, ਮੈਂ ਤਾਂ ਹਾਲੇ ਵੀ ਨੇ ਸੰਤਾਨ। ਤੇ ਪ੍ਰਭੂ ਨੇ ਆਪਣਾ ਨੇਮ ਉਸਦੇ ਨਾਲ ਬੰਨਿਆ ਸੀ ਜੋ ਸਾਨੂੰ ਉਤਪਤ ਦੇ 15ਵੇਂ ਭਾਵ ਦੇ ਵਿੱਚ ਮਿਲਦਾ। ਤੁਸੀਂ ਇਹ ਪਾਰਸੀ ਪੜ੍ਹ ਚੁੱਕੇ, ਮੈਂ ਸਿਰਫ ਅਖੀਰਲੀਆਂ ਥੋੜ੍ਹੀਆਂ ਜਿਹੀਆਂ ਆਇਤਾਂ ਪੜ੍ਹੂੰਗਾ ਤੁਹਾਡੇ ਲਈ। ਔਰ ਉਸਦੇ ਵਿੱਚ ਇਸ ਤਰ੍ਹਾਂ ਲਿਖਿਆ 17 ਆਇਤ ਤੋਂ 21 ਆਇਤ ਤੱਕ। ਔਰ ਇਹ ਜਿਸਲੇ ਅਗਰ ਤੁਸੀਂ ਪੜ੍ਹਨਾ ਚਾਹੋ ਤਾਂ ਤੁਸੀਂ ਫਿਰ ਪੂਰਾ ਚੈਪਟਰ ਪੜ੍ਹੋ। ਫਿਰ ਜਦੋਂ ਸੂਰਜ ਡੁੱਬ ਗਿਆ ਅਤੇ ਹਨੇਰਾ ਹੋ ਗਿਆ ਕਿ ਧੂਏਂਦਾਰ ਬਲਦਾ ਹੋਇਆ ਬਰਤਨ ਅਤੇ ਮਸ਼ਾਲ ਜਾਨਵਰਾਂ ਦੇ ਹੋਇਆਂ ਦੇ ਵਿੱਚ ਦੀ ਲੰਘੀ। ਉਸ ਸਮੇਂ ਪ੍ਰਭੂ ਨੇ ਅਬਰਾਮ ਨੂੰ ਇਹ ਕਹਿ ਕੇ ਨੇਮ ਬੰਨਿਆ, ਤੇਰੇ ਵੰਸ਼ ਨੂੰ ਮੈਂ ਇਹ ਸਾਰੀ ਧਰਤੀ ਦਿੰਦਾ ਹਾਂ, ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੱਕ, ਕਨਾਨੀਆਂ ਦੀ, ਕਨੱਜੀਆਂ ਦੀ, ਕਦਮੋਨੀਆਂ ਦੀ, ਹਿੱਤੀਆਂ ਦੀ, ਪਰਿਜੀਆਂ ਦੀ, ਰਫੀਮੀਆਂ ਦੀ, ਅਮੋਰੀਆਂ ਦੀ, ਕਨਾਨੀਆਂ ਦੀ, ਗਿਰਗਿਸੀਆਂ ਦੀ ਤੇ ਯਬੂਸੀਆਂ ਦੀ। ਸਾਰੀਆਂ ਬਾਕੀ ਮੋਸਟ ਧਰਤੀ ਦੇ ਉੱਤੇ ਪ੍ਰਭੂ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਪ੍ਰਭੂ ਨੇ ਜਿੱਤਾਂ ਦਿੱਤੀਆਂ, ਕਬਜ਼ਾ ਕਰ ਲਿਆ ਹੈ। ਲੇਕਿਨ ਜਦ ਤੱਕ ਉਹ ਯਬੂਸੀਆਂ ਦੀ ਧਰਤੀ ਤੇ ਪਹੁੰਚੇ ਜਿੱਥੇ ਅੱਜ ਜਰੂਸਲਮ ਆ, ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਾਪ ਬਹੁਤ ਆ ਗਏ। ਔਰ ਪ੍ਰਭੂ ਨੇ ਫਿਰ ਉਹਨਾਂ ਨੂੰ ਜਿੱਤਾਂ ਦੇਣੀਆਂ ਬੰਦ ਕਰ ਦਿੱਤੀਆਂ। ਉਹ ਫਿਰ ਉੱਥੇ ਕੀ ਉਹ ਠਹਿਰ ਗਏ। ਸੋ ਸਿਰਫ ਇੱਕੋ ਹੀ ਧਰਤੀ ਰਹਿੰਦੀ ਸੀ, ਜਰੂਸਲਮ ਦੀ ਧਰਤੀ ਰਹਿੰਦੀ ਸੀ ਜਿਹ ਤੇ ਕਬਜ਼ਾ ਨਹੀਂ ਹੋਇਆ ਸੀ। ਔਰ ਉਸ ਦੇ ਉੱਤੇ ਪ੍ਰਭੂ ਨੇ ਦਾਊਦ ਨੂੰ ਕਬਜ਼ਾ ਦਿੱਤਾ। ਔਰ ਇਸ ਕਰਕੇ ਜਰੂਸਲਮ ਨੂੰ ਦਾਊਦ ਦਾ ਸ਼ਹਿਰ ਕਿਹਾ ਜਾਂਦਾ। ਦਾਊਦ ਨੇ ਇਸ ਧਰਤੀ ਦੇ ਉੱਤੇ ਆਪਣਾ ਕਬਜ਼ਾ ਕੀਤਾ ਔਰ ਪ੍ਰਭੂ ਨੇ ਉਸ ਨੂੰ ਇਹ ਬਰਕਤ ਦਿੱਤੀ। ਮੇਰੇ ਨਾਲ ਏਦਾਂ ਕਰੋ, ਤੁਸੀਂ ਹੁਣ ਆ ਜਾਓ ਪਹਿਲੇ ਇਤਿਹਾਸ ਦੇ ਵਿੱਚ। ਪਹਿਲੇ ਇਤਿਹਾਸ ਦੇ ਵਿੱਚ ਔਰ ਅਸੀਂ ਆਓ ਹੁਣ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ 12ਵਾਂ ਭਾਵ ਔਰ ਉਸਦੀ 23 ਤੋਂ ਲੈ ਕੇ 38 ਆਇਤ ਤੱਕ ਦੇਖਾਂਗੇ। ਜਿਸ ਨੂੰ ਮਿਲ ਜਾਏ 619 पेज। मैं पढ़ता था जी। हाँ जी, हाँ जी। जोश सैनिक प्रभु के वचन के अनुसार साउल का राज्य छीनकर दाऊद को सौंपने के लिए उनके पास इब्रोन नगर में आए थे। उनकी संख्या उनके कुल अगुओं के नाम इस प्रकार है। यहूदा कुल के सैन्य दल में ढाल और भालाधारी थे। इनकी संख्या 6,800 थी। सिमोन ने कुल के सैनिक महाशक्ति और अनुभवी थे। उनकी संख्या 7,100 थी। लेवी कुल के सैनिकों की संख्या 4,600 थी। यहूदा हारून वंशजों का सेनानायक था। उसके साथ 3,100 सैनिक थे। सौदोक युवा था पर वह शक्तिशाली था। उसके साथ उसके पृथु कुल के 22 सेनायक थे। बिन्यान कुल के सैनिक
की संख्या 3000 थी। ये सैमुअल के चचेरे भाई के बंधु थे। इन सैनिकों में से अनेक सैनिक साउल के राज परिवार के प्रति निष्ठावान बने रहे। इफ्राइम गोत्र के 20,800 सैनिक थे। ये भी शक्तिशाली थे। ये अपने प्रतिकुल के प्रसिद्ध सैनिक थे। मनशेन के अर्धगोत्र के 18,000 सैनिक थे। इनका नाम मनोनीत किया गया था और ये दाऊद के राजा बनाने के लिए आए थे। इस प्रकार कुल के 200 उगे थे और उनके अधीन उनके भाई बंधु थे। वे अगुए समय को पहचानते थे। ये जानते थे कि इज़राइल राष्ट्र का क्या कारण चाहिए। जुबूलून कुल के युद्ध के लिए सदा तत्पर 50,000 सैनिक थे। ये युद्ध के अस्त्र शस्त्र के से सुलज्जित थे। ये साहस और सच्चे हृदय से दाऊद की सहायता करने आए थे। नप्ताली कुल के 1,000 सेनानायक थे, जिसके साथ ढाल और भाले से लैस 27,000 सैनिक थे। दान कुल में 28,100 सैनिक थे। ये युद्ध के अस्त्र शस्त्र से लैस थे। अक्षर कुल के 40,000 अनुभवी सैनिकों का सैन्य दल युद्ध के लिए तैयार था। इनके अतिरिक्त रूबेन और गाद कुलों तथा यर्दन नदी के पूर्व में बसे हुए शेष अर्थ मनशेस गोत्र के 1,20,000 सैनिक थे, जो युद्ध के सब प्रकार के शस्त्रों से लैस थे। ये सब सैनिक जो युद्ध के लिए तत्पर थे, एब्रोन नगर में आए। वे पूर्ण हृदय और दृढ़ निश्चय के साथ दाऊद को समृद्ध इस्राएल राष्ट्र का राजा बनाना चाहते थे। शेष इस्राएल भी दाऊद को राजा बनाने के लिए एक पूर्ण सहमत थे। वे एब्रोन नगर में दाऊद के साथ 3 दिन तक रहे। वे खाते पीते और आनंद मनाते रहे। उनके भाई बंधुओं ने उनके लिए भोजन का प्रबंध किया। उनके पड़ोसी भी इसकार, जुबलून और नफलाती जैसे दूर के कुल क्षेत्रों के लोग गधों, ऊँटों, बैलों और खच्चरों पर भोज वस्तुएं लाए। वे प्रचुर मात्रा में आटा, सूखे अंजीर फल, किशमिश, अंगूर, रस, तेल, बैल और भेड़ बकरियां भी लाए, क्योंकि इज़राइल राष्ट्र में आनंद व्याप्त था। आमीन। और प्रभु ने अगर ਤੁਸੀਂ ਦੇਖੋ ਤਾਂ ਸਾਰਿਆਂ ਕਬੀਲਿਆਂ ਦੇ ਵਿੱਚ ਦਾਊਦ ਨੂੰ ਸਵੀਕ੍ਰਿਤੀ ਦੇ ਦਿੱਤੀ। ਦਾਊਦ ਨੇ ਇਸ ਦੇ ਲਈ ਹਾਲੇ ਤੱਕ ਇੱਕ ਵੀ ਕੰਮ ਨਹੀਂ ਕੀਤਾ। ਦਾਊਦ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਸੀ, ਉਹ ਇਹ ਕੀਤਾ ਸੀ ਕਿ ਜਿਸ ਵੇਲੇ ਇਜ਼ਰਾਈਲ ਦੇ ਸਾਰੇ ਲੋਕ ਡਰੇ ਬੈਠੇ ਸੀ ਉਸ ਦੈਂਤ ਤੋਂ, ਤਾਂ ਉਸਨੇ ਇਹ ਕਿਹਾ ਸੀਗਾ कि ਇਹ ਅਸੁੰਨਤੀ ਹੁੰਦਾ ਕੌਣ ਆ ਜਿਹੜਾ ਪ੍ਰਭੂ ਦੀ ਸੈਨਾ ਨੂੰ ਲਲਕਾਰ ਰਿਹਾ। ਔਰ ਉਸ ਚੀਜ਼ ਦੀ ਬਰਕਤ ਜਿਹੜੀ ਦਾਊਦ ਨੂੰ ਮਿਲੀ ਆ, ਉਸ ਇੱਕ ਚੀਜ਼ ਦੀ, ਜਾਂ ਕਹਿਣਗੇ ਦਾਊਦ ਨੂੰ ਨੱਠਣਾ ਪਿਆ, ਆਫ ਕੋਰਸ ਨੱਠਣਾ ਪਿਆ, ਉਹ ਵੀ ਉਹਦੇ ਟ੍ਰੇਨਿੰਗ ਦੇ ਸਾਲ ਸੀ। ਔਰ ਤੁਸੀਂ ਉਹ ਇਹ ਦੇਖੋ ਕਿ ਉਹ ਜਿੱਥੇ ਜਿੱਥੇ ਨੱਠ ਕੇ ਗਿਆ, ਸਾਊਲ ਉਸਨੂੰ ਫੜ ਨਹੀਂ ਸਕਿਆ। ਸੋ ਪ੍ਰਭੂ ਉਹਨੂੰ ਉਹਨਾਂ ਇਲਾਕਿਆਂ ਦੇ ਵਿੱਚ ਉਹਨੂੰ ਦੜਾ ਕੇ ਲੈ ਕੇ ਗਿਆ, ਜਿਹੜੇ ਇਲਾਕੇ ਹਮੇਸ਼ਾ ਖਤਰੇ ਦੇ ਵਿੱਚ ਰਹਿੰਦੇ ਸੀ। ਸਾਊਲ ਜਾਂਦਾ ਹੀ ਨਹੀਂ ਸੀ ਉੱਥੇ, ਸਾਊਲ ਨੇ ਕੀਤਾ ਹੀ ਕੁਛ ਨਹੀਂ ਉਹਨਾਂ ਦੇ ਲਈ। ਲੇਕਿਨ ਦਾਊਦ ਨੂੰ ਪ੍ਰਭੂ ਨੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ। ਦਾਊਦ ਦੀ ਸੈਨਾ ਦਾ ਉੱਥੇ ਹੀ ਪ੍ਰਭੂ ਨੇ ਤਿਆਰ ਕਰ ਦਿੱਤੀ। ਔਰ ਹੈਬਰੋਨ ਦੇ ਉੱਤੇ ਜਿਸਲੇ ਉਸਨੇ ਕਬਜ਼ਾ ਕੀਤਾ, ਤਾਂ ਹੈਬਰੋਨ ਦੇ ਲੋਕ ਉਹਨੂੰ ਲੈਣ ਆਏ ਕਿ ਤੂੰ ਸਾਡੇ ਉੱਤੇ ਯਹੂਦਾ ਦੇ ਉੱਤੇ, ਯਹੂਦਾ ਦੇ ਕਬੀਲੇ ਦੇ ਉੱਤੇ ਰਾਜ ਕਰ। ਔਰ ਫਿਰ ਅਸੀਂ ਦੇਖਿਆ ਕਿ ਇੱਕ ਇੱਕ ਕਰਕੇ ਸਾਰੇ ਕਬੀਲੇ ਦਾਊਦ ਦੇ ਵੱਲ ਆਉਣ ਲੱਗ ਪਏ। ਦਾਊਦ ਨੇ ਅਗਰ ਦੇਖਿਆ ਜਾਵੇ, ਸਾਊਲ ਦਾ ਕੋਈ ਵੀ ਅਧਿਕਾਰੀ ਨਹੀਂ ਮਾਰਿਆ।
ਨਹੀਂ ਤਾਂ ਈਵਨ ਦੋ ਕਿ ਜਿਹੜਾ ਨਵਾਂ ਰਾਜਾ ਬਣਦਾ ਹੁੰਦਾ, ਜਿਹੜਾ ਜਿੱਤ ਕੇ ਬਣਦਾ, ਜਿਹੜਾ ਤਖਤਾ ਪਲਟਦਾ, ਤੇ ਉਹ ਸਭ ਤੋਂ ਪਹਿਲਾਂ ਅਧਿਕਾਰੀਆਂ ਨੂੰ ਮਾਰਦੇ। ਦਾਊਦ ਨੇ ਇੱਕ ਨੂੰ ਵੀ ਨਹੀਂ ਮਾਰਿਆ। ਜੇ ਅਬਨੇਰ ਮਾਰਿਆ ਗਿਆ ਤਾਂ ਉਹ ਉਹਨਾਂ ਦੀ ਆਪਸੀ ਲੜਾਈ ਸੀ, ਪਰ ਦਾਊਦ ਨੇ ਉਹਦੇ ਲਈ ਵੀ ਸੋਗ ਕੀਤਾ। ਹੁਣ ਦਾਊਦ ਪ੍ਰਭੂ ਦੇ ਸੰਦੂਕ ਨੂੰ ਯਰੂਸ਼ਲਮ ਦੇ ਵਿੱਚ ਲੈ ਕੇ ਆਇਆ। ਜਿੱਦਾਂ ਅਸੀਂ ਦੇਖਿਆ ਕਿ ਯਹੋਸ਼ੂਆ ਤੋਂ ਲੈ ਕੇ ਸਾਊਲ ਤੱਕ ਇੱਕ ਧਰਤੀ ਸੀ ਜਿਹਦੇ ਤੇ ਕੋਈ ਕਬਜ਼ਾ ਨਹੀਂ ਕਰ ਸਕਿਆ, ਔਰ ਉਹ ਸੀ ਯਬੂਸੀਆਂ ਦੀ। ਔਰ ਦਾਊਦ ਨੇ ਯਬੂਸੀਆਂ ਦੀ ਉਸ ਧਰਤੀ ਦੇ ਉੱਤੇ ਕਬਜ਼ਾ ਕੀਤਾ, ਔਰ ਇਸ ਕਰਕੇ ਉਹ ਦਾਊਦੀ ਹੋਈ। ਸੋ ਦਾਊਦ ਨੇ ਯਰੂਸ਼ਲਮ ਦੇ ਉੱਤੇ ਕਬਜ਼ਾ ਕਰਕੇ ਔਰ ਲੋਕਾਂ ਨੇ ਉਸ ਨੂੰ ਦਾਊਦ ਦਾ ਸ਼ਹਿਰ ਕਹਿਣਾ ਸ਼ੁਰੂ ਕਰ ਦਿੱਤਾ। ਉਹ ਤੇ ਕਿਸੇ ਹੋਰ ਦਾ ਅਧਿਕਾਰ ਨਹੀਂ ਸੀ, ਦਾਊਦ ਦਾ ਅਧਿਕਾਰ ਸੀ। ਦਾਊਦ ਨੂੰ ਪ੍ਰਭੂ ਨੇ ਦਿੱਤੀ, ਔਰ ਉੱਥੇ ਉਹ ਹੁਣ ਪ੍ਰਭੂ ਦਾ ਸੰਦੂਕ ਲੈ ਕੇ ਆਇਆ। ਔਰ ਇਹ ਬੜਾ ਮਹਾਨ ਸਮਾਂ ਸੀ ਉਹਦੇ ਲਈ ਕਿ ਪ੍ਰਭੂ ਨੇ ਉਸ ਨੂੰ ਬਿਨ ਮੰਗੇ ਮੋਤੀ ਦਿੱਤੇ। ਉਹ ਜਿਹੜੀਆਂ ਚੀਜ਼ਾਂ ਉਹਨੇ ਮੰਗੀਆਂ ਵੀ ਨਹੀਂ, ਪ੍ਰਭੂ ਉਹ ਵੀ ਦੇਈ ਜਾਂਦਾ ਉਹਨੂੰ। ਉਹਦੇ ਸੱਜੇ ਉਸਦੇ ਖੱਬੇ ਪ੍ਰਭੂ ਨੇ ਕਿਸ ਤਰ੍ਹਾਂ ਆਪਣਾ ਹੱਥ ਬੰਨਿਆ ਪਿਆ, ਹੱਥ ਖੋਲ ਦਿੱਤੇ ਜਾਂ ਖਿਲਾਰ ਦਿੱਤੇ ਜਾਂ ਡੋਲਦਾ ਪਿਆ ਉਹਦੇ ਉੱਤੇ। ਸੋ ਅਸੀਂ ਅੱਜ ਥੋੜੇ ਜਿਹੇ ਜ਼ਬੂਰ ਜਿਹੜੇ ਅਸੀਂ ਪੜਾਂਗੇ, ਜਿਨ੍ਹਾਂ ਦੇ ਵਿੱਚੋਂ ਅਸੀਂ ਬਰਕਤ ਪ੍ਰਾਪਤ ਕਰਾਂਗੇ। ਇਹ ਸਾਰੇ ਉਹ ਜ਼ਬੂਰ ਆ ਜਿਹੜੇ ਉਸ ਸਮੇਂ ਦੇ ਵਿੱਚ ਪ੍ਰਭੂ ਦੀ ਆਰਕ ਆਈ ਆ। ਬੇਸਿਕਲੀ ਪੂਰਾ ਮਹੀਨਾ ਉਹ ਖੁਸ਼ੀਆਂ ਦਾ ਮਹੀਨਾ ਸੀ, ਔਰ ਉਸ ਮਹੀਨੇ ਦੇ ਵਿੱਚ ਜਿਹੜੇ ਜ਼ਬੂਰ ਗਾਏ ਗਏ ਆ, ਦਾਊਦ ਦੇ ਪੁਰਾਣੇ ਜ਼ਬੂਰ ਵੀ ਗਾਏ ਗਏ, ਦਾਊਦ ਦੇ ਨਵੇਂ ਜ਼ਬੂਰ ਵੀ ਗਾਏ ਗਏ। ਲੇਕਿਨ ਇਹਨਾਂ ਹਿੱਸਿਆਂ ਦੇ ਵਿੱਚ ਜਿਹੜੇ ਜ਼ਬੂਰ ਫਿੱਟ ਹੁੰਦੇ ਆ, ਜਿਹੜੇ ਉਸ ਸਮੇਂ ਦੇ ਜ਼ਬੂਰ ਮੰਨੇ ਜਾਂਦੇ ਆ, ਅਸੀਂ ਅੱਜ ਉਹਨਾਂ ਜ਼ਬੂਰਾਂ ਨੂੰ ਦੇਖਾਂਗੇ। ਸੋ ਮੇਰੇ ਨਾਲ ਪ੍ਰਭੂ ਦੇ ਬਚਨ ਦੇ ਵਿੱਚ ਆ ਜਾਓ। ਅਸੀਂ ਦੇਖਾਂਗੇ ਸਾਮ 58, ਜ਼ਬੂਰ 58। ਕੁਛ ਇੱਕ ਲੰਬੇ ਜ਼ਬੂਰ ਆ, ਉਹ ਮੈਂ ਛੱਡ ਦਊਂਗਾ, ਉਹ ਤੁਸੀਂ ਆਪ ਪੜ੍ਹਿਓ। ਲੇਕਿਨ ਜਿਹੜੇ ਛੋਟੇ ਜ਼ਬੂਰ ਆ ਉਹਨਾਂ ਨੂੰ ਅਸੀਂ ਦੇਖਾਂਗੇ, ਔਰ ਫਿਰ ਅਸੀਂ ਦੇਖਾਂਗੇ ਕਿ ਕਿੱਥੇ ਕਿੱਥੇ ਉਹ ਜ਼ਬੂਰ ਫਿੱਟ ਹੁੰਦੇ ਆ। ਜ਼ਬੂਰ 58। ਇਹ ਮਾਨਵ ਕੀ ਤੇਰਾ ਬੋਲ ਸੱਚਮੁੱਚ ਸੱਤ ਤੇ ਖੜਾ ਹੈ, ਕਿ ਤੇਰਾ ਨਿਆਂ ਨਿਰਪੱਖ ਹੈ। ਨਹੀਂ, ਤੇਰੇ ਦਿਲ ਵਿੱਚ ਦੁਸ਼ਟਤਾ ਦਾ ਵਾਸ ਹੈ, ਤੇ ਤੇਰੇ ਹੱਥ ਧਰਤੀ ਤੇ ਹਿੰਸਮਾਤਕ ਅਪਰਾਧ ਨਾਲ ਭਰੇ ਪਏ ਹਨ। ਦੁਸ਼ਟ ਗਰਭ ਵਿੱਚ ਹੀ ਭਟਕ ਜਾਂਦੇ ਹਨ, ਝੂਠੇ ਮਨੁੱਖ ਜੰਮਦਿਆਂ ਹੀ ਕੁਰਾਹੇ ਪੈ ਜਾਂਦੇ ਹਨ। ਉਹ ਜ਼ਹਿਰੀਲੇ ਸੱਪ ਦੀ ਤਰ੍ਹਾਂ ਜ਼ਹਿਰੀਲੇ ਹੁੰਦੇ ਹਨ। ਉਹ ਬੋਲੇ ਨਾਗ ਦੀ ਤਰ੍ਹਾਂ ਆਪਣੇ ਕੰਨ ਬੰਦ ਕਰ ਲੈਂਦੇ ਹਨ, ਜੋ ਸਪੇਰੇ ਦੀ ਆਵਾਜ਼ ਤੱਕ ਨਹੀਂ ਸੁਣਦਾ, ਤੇ ਨਾ ਹੀ ਉਸ ਤੇ ਚਲਾਕ ਮਦਾਰੀ ਦੇ ਮੰਤਰ ਦਾ ਅਸਰ ਕਰਦਾ ਹੈ। ਹੇ ਪਰਮੇਸ਼ਵਰ, ਤੂੰ ਉਹਨਾਂ ਦੇ ਦੰਦ ਤੋੜ ਦੇ ਜੋ ਜਵਾਨ ਸ਼ੇਰ ਦੇ ਦੰਦਾਂ ਵਾਂਗ ਤੇਜ਼ ਹਨ। ਉਹ ਚੱਲਦੇ ਪਾਣੀ ਦੀ ਤਰ੍ਹਾਂ ਨਜ਼ਰ ਤੋਂ ਦੂਰ ਹੋ ਜਾਣ, ਅਤੇ ਰਾਹ ਉਤਲੇ ਘਾਹ ਦੀ ਤਰ੍ਹਾਂ ਦੱਬ ਕੇ ਸੁੱਕ ਜਾਣ। ਉਹ ਘੋਗੇ ਵਾਂਗ ਘੁਲ ਕੇ ਨਾਸ਼ ਹੋ ਜਾਣ, ਅਤੇ ਔਰਤ ਦੇ ਗਰਭਪਾਤ ਵਾਂਗ ਸੂਰਜ ਦੀ ਲੋ ਨਾ ਦੇਖਣ। ਇਸ ਤੋਂ ਪਹਿਲਾਂ ਕਿ ਤੁਹਾਡੇ ਪਤੀਲੇ ਛਾਪਿਆਂ ਦੀ ਅੱਗ ਨਾਲ ਗਰਮ ਹੋਣ, ਉਹ ਜਲੇ ਅਣਜਲੇ ਦੋਹਾਂ ਨੂੰ ਤੇਜ਼ ਗੁੱਲੇ ਨਾਲ ਉਡਾ ਲੈ ਜਾਵੇਗਾ। ਭਲੇ ਲੋਕ ਦੁਸ਼ਟਾਂ ਨੂੰ ਇਸ ਤਰ੍ਹਾਂ ਦੀ ਮਿਲਦੀ ਸਜ਼ਾ ਦੇਖ ਕੇ ਖੁਸ਼ ਹੋਣਗੇ। ਉਹ ਆਪਣੇ ਪੈਰ ਦੁਸ਼ਟਾਂ ਦੇ ਲਹੂ ਵਿੱਚ ਧੋਣਗੇ। ਤਦ ਲੋਕ ਕਹਿਣਗੇ, ਭਲਿਆਂ ਦਾ ਫਲ ਨਿਸ਼ਚਿਤ ਹੈ, ਅਤੇ ਪਰਮੇਸ਼ਵਰ ਸੱਚਮੁੱਚ ਧਰਤੀ ਦਾ ਨਿਆਂ ਕਰਦਾ ਹੈ। ਵਿਚਾਰੇ ਨੂੰ ਕਿੰਨਾ ਇਸ ਸਮਿਆਂ ਦੇ ਵਿੱਚ ਦੀ ਗੁਜ਼ਰਨਾ ਪਿਆ, ਕਿੱਦਾਂ ਦੀਆਂ ਉਸਨੂੰ ਗੱਲਾਂ ਸੁਣਨੀਆਂ ਪਈਆਂ, ਆਪਣਿਆਂ ਤੋਂ ਵੀ ਤੇ ਪਰਾਇਆਂ ਤੋਂ ਵੀ। ਔਰ ਉਹ ਸਾਰੀਆਂ ਉਹਨਾਂ ਚੀਜ਼ਾਂ ਨੂੰ ਯਾਦ ਕਰਦਾ ਪਿਆ ਤੇ ਪ੍ਰਭੂ ਤੇਰਾ ਸ਼ੁਕਰ ਆ, ਇਹਨਾਂ ਸਾਰਿਆਂ ਦੇ ਤੂੰ ਦੰਦ ਭੰਨੇ, ਇਹਨਾਂ ਸਾਰਿਆਂ ਦੇ ਮੂੰਹ ਤੂੰ ਬੰਦ ਕੀਤੇ, ਇਹਨਾਂ ਸਾਰਿਆਂ ਨੂੰ ਜ਼ਹਿਰ ਜਿਹੜੀ ਸੀ ਇਹਨਾਂ ਦੇ ਅੰਦਰੋਂ ਤੂੰ ਕੱਢੀ। ਔਰ ਮੇਰੇ ਤੇ ਜਿਹੜੀ ਬਰਕਤ ਆਈ ਆ, ਉਹਨੇ ਆਪਣੀ ਅਖੀਰਲੀ ਆਇਤ ਦੇ ਵਿੱਚ ਦੱਸਿਆ ਕਿ ਭਲਿਆਂ ਦਾ ਫਲ ਨਿਸ਼ਚਿਤ ਹੈ, ਅਤੇ ਪਰਮੇਸ਼ਰ ਸੱਚਮੁੱਚ ਧਰਤੀ ਦਾ ਨਿਆਂ ਕਰਦਾ ਹੈ।
ਸੋ ਲੋਕਾਂ ਦੇ ਸਾਹਮਣੇ ਉਹ ਦੱਸ ਰਿਹਾ ਲੋਕਾਂ ਨੂੰ ਕਿ ਪ੍ਰਭੂ ਜਿਹੜਾ ਭਲਾ ਕਰਦਾ ਸਾਨੂੰ, ਉਹ ਸਾਡੀ ਰਾਸਤਬਾਜ਼ੀ ਆ। ਜਿਹੜਾ ਭਲਾ ਕਰਦਾ ਸਾਨੂੰ, ਉਹਦੇ ਲਈ ਉਹਨੇ ਆਪਣਾ ਫਲ ਨਿਸ਼ਚਿਤ ਰੱਖਿਆ ਆ, ਪੱਕਾ ਰੱਖਿਆ ਹੈ। ਉਹਨਾਂ ਨੂੰ ਫਲ ਮਿਲਦਾ ਆ। ਔਰ ਅਸੀਂ ਉਸ ਤੋਂ ਬਾਅਦ ਦੇਖਾਂਗੇ ਜ਼ਬੂਰ 93, ਜ਼ਬੂਰ 93। मैं पढ़ने वास्ते जी हाँ जी। प्रभु राज करता है, प्रताप उसका पहरावा है। वो बली है, संसार अटल है, वो कदी हिलेगा नहीं। हे प्रभु, तेरा सिंहासन प्राचीन काल तो कायम है, तू आद काल तो है। हे प्रभु, पानी चढ़ आए हैं, उन्होंने अपनी आवाज उच्ची की है, वो गरज रहे हैं। पर प्रभु सब तो शक्तिशाली है, वो बहुत सारे पानियां दी गर्जन तो ਅਤੇ ਸਮੁੰਦਰ ਦੀਆਂ ਲਹਿਰਾਂ ਦੇ ਜ਼ੋਰ ਤੋਂ ਵੀ ਮਹਾਨ ਹੈ। हे ਪ੍ਰਭੂ, ਤੇਰੇ ਬਚਨ ਸੱਚੇ ਹਨ, ਤੇਰੇ ਘਰ ਦੀ ਪਵਿੱਤਰਤਾ ਅਨੰਤ ਕਾਲ ਤੱਕ ਰਹਿਣ ਵਾਲੀ ਹੈ। ਆਮੀਨ। ਸੋ ਪ੍ਰਭੂ ਦੀ ਸ਼ੁਕਰਗੁਜ਼ਾਰੀ ਦਾ ਜ਼ਬੂਰ, ਉਹਦੇ ਸਿੰਘਾਸਨ ਦੇ ਜ਼ਬੂਰ, ਉਹਦੇ ਵੱਲ ਪ੍ਰਭੂ ਦੇ ਬੰਦੇ ਨੇ ਆਪਣਾ ਧਿਆਨ ਦੇਖੋ ਕਿੱਦਾਂ ਲਾਇਆ ਹੈ। ਔਰ ਜਿਹੜਾ ਪ੍ਰਭੂ ਤੇ ਭਰੋਸਾ ਰੱਖਦਾ, ਪ੍ਰਭੂ ਉਸਨੂੰ ਦਿੰਦਾ। ਦਾਊਦ ਨੇ ਆਪਣਾ ਕੋਈ ਰਸਤਾ ਨਹੀਂ ਵਰਤਿਆ, ਕੋਈ ਚਲਾਕੀ ਨਹੀਂ ਵਰਤੀ, ਕੋਈ ਲੋਕਾਂ ਦੇ ਕੋਲੋਂ ਮਿਲੀ ਸਲਾਹ ਦੇ ਨਾਲ ਉਹ ਚੱਲਿਆ ਨਹੀਂ। ਜਿਸ ਲਈ ਲੋਕਾਂ ਤੋਂ ਮਿਲੀ ਸਲਾਹ ਦੇ ਨਾਲ ਹੁਣ ਉਸਨੇ ਚੱਲਣਾ ਆ ਤੇ ਫਿਰ ਉੱਤੇ ਸਜ਼ਾਵਾਂ ਵੀ ਹੋਣਗੀਆਂ। ਲੇਕਿਨ ਹਾਲੇ ਤੱਕ ਖੁਸ਼ੀਆਂ ਹੀ ਖੁਸ਼ੀਆਂ ਆ। ਦਾਊਦ ਨੂੰ ਆਪਣੇ ਲਈ ਪਹਿਰਾਦਾਰ ਵੀ ਰੱਖਣ ਦੀ ਲੋੜ ਨਹੀਂ। ਹਾਲੇ ਤੱਕ ਲੋਕ ਦਾਊਦ ਦੇ ਵੱਲ ਖਿੱਚੇ ਤੁਰੇ ਆਉਂਦੇ, ਪ੍ਰਭੂ ਉਹਨਾਂ ਨੂੰ ਖਿੱਚੀ ਤੋਰੀ ਲਿਆਉਂਦਾ ਪਿਆ। ਸਾਊਲ ਨੂੰ ਮਰੇ ਨੂੰ ਥੋੜਾ ਚਿਰ ਹੀ ਹੋਇਆ, ਇੰਨਾ ਜ਼ਿਆਦਾ ਤਾਂ ਨਹੀਂ ਹੋ ਗਿਆ, 7 ਜਾਂ 8 ਸਾਲ ਹੋਏ ਹਲੇ। ਲੇਕਿਨ ਸਾਰੇ ਲੋਕ ਦਾਊਦ ਦੇ ਵੱਲ ਖਿੱਚੇ ਤੁਰੇ ਆਉਂਦੇ। ਕਿਉਂ? ਕਿਉਂਕਿ ਉਸਨੇ ਪ੍ਰਭੂ ਦੇ ਡਰ ਤੋਂ ਜਿਹੜਾ ਯਹੂਦਾ ਦਾ ਕਬੀਲਾ ਸੀ, ਉਹਨਾਂ ਨੂੰ ਐਸਾ ਇੱਕ ਪ੍ਰਸ਼ਾਸਨ ਦਿੱਤਾ, ਉਹਨਾਂ ਨੂੰ ਏਦਾਂ ਸੰਭਾਲਿਆ। ਉਹ ਬਜ਼ੁਰਗ ਜਿਹੜੇ ਉਹਨਾਂ ਉਸਦੇ ਕਬੀਲੇ ਦੇ ਦੂਰਦਾਰ ਭੱਜ ਗਏ ਸੀਗੇ, ਉਹਨਾਂ ਨੂੰ ਵੀ ਉਸਨੇ ਖਾਣਾ ਪਾਣੀ ਘੱਲਿਆ, ਉਹਨਾਂ ਨੂੰ ਵੀ ਉਸਨੇ ਮਦਦ ਕੀਤੀ। ਜਿਸ ਲਈ ਉਹਨਾਂ ਨੇ ਦੇਖਿਆ ਕਿ ਕਿੱਦਾਂ ਇਹ ਸੰਭਾਲਦਾ ਪਿਆ। ਇਹ ਸੱਚਮੁੱਚ ਚਰਵਾਹਾ ਹੈ। ਇਹ ਚਰਵਾਹਾ ਜਿਹੜਾ ਸਾਨੂੰ ਸਾਂਭਦਾ ਪਿਆ, ਤੇ ਲੋਕ ਆਪਣੇ ਆਪ ਉਸਦੇ ਵੱਲ ਖਿੱਚ ਹੋ ਕੇ ਆ ਗਏ। ਔਰ ਇਸ ਕਰਕੇ ਪ੍ਰਭੂ ਦੇ ਵਚਨ ਦੇ ਵਿੱਚ ਉਹ ਇੱਕੋ ਹੀ ਸਿੰਘਾਸਨ ਦੀ ਉਸਤਤ ਕਰਦਾ ਪਿਆ, ਜਿਸ ਸਿੰਘਾਸਨ ਨੇ ਉਹਨੂੰ ਸਿੰਘਾਸਨ ਦੇ ਉੱਤੇ ਬਿਠਾਇਆ। ਔਰ ਇਸ ਦੇ ਲਈ ਜਿਹੜੇ ਉਹ ਪ੍ਰਭੂ ਦੇ ਵਾਅਦਿਆਂ ਦਾ, ਅਗਰ 5ਵੀਂ ਆਇਤ ਦੇਖੀਏ, ਪ੍ਰਭੂ ਦੇ ਵਾਅਦਿਆਂ ਦਾ ਉਹ ਸ਼ੁਕਰਗੁਜ਼ਾਰੀ ਕਰਦਾ ਪਿਆ। ਪ੍ਰਭੂ, ਤੇਰੇ ਵਚਨ ਸੱਚੇ ਹਨ, ਤੇਰੇ ਘਰ ਦੀ ਪਵਿੱਤਰਤਾ ਅਨੰਤ ਕਾਲ ਤੱਕ ਰਹਿਣ ਵਾਲੀ। ਔਰ ਪਵਿੱਤਰਤਾ ਦੇ ਮੋਹਰੇ, ਕਿਉਂਕਿ ਪਵਿੱਤਰਤਾ ਇੱਕ ਰੋਸ਼ਨੀ ਆ, ਔਰ ਰੋਸ਼ਨੀ ਦੇ ਮੋਹਰੇ ਕਦੀ ਹਨੇਰਾ ਟਿਕ ਨਹੀਂ ਸਕਦਾ। ਜਿੱਥੇ ਰੋਸ਼ਨੀ ਹੁੰਦੀ ਹੈ, ਹਨੇਰੇ ਨੂੰ ਜਾਣਾ ਪੈਂਦਾ। ਸੋ ਇਹ ਸਾਰੀਆਂ ਚੀਜ਼ਾਂ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਇਸ ਵੇਲੇ ਗਾ ਰਿਹਾ। ਔਰ ਜ਼ਬੂਰ 94 ਇਸ ਦੀਆਂ ਪਹਿਲਾਂ ਅਸੀਂ ਦੇਖਾਂਗੇ 13 ਆਇਤਾਂ। मैं पढ़ूं? ਹਾਂਜੀ। परमेश्वर की न्याय प्रतिता प्रभा प्रतिशोध परमेश्वर है। हे प्रतिशोधी परमेश्वर प्रकाशवान हो। हे पृथ्वी के न्यायकर्ता उठ, अहंकारियों को प्रतिफल दे। हे प्रभु, दुर्जन कब तक आनंदित होते रहेंगे? वे निरंतर जिस वचन बोलते हैं, मस्त कुकड़मी टींग मारते हैं। हे प्रभु, वे तेरे निज लोगों को कुचलते हैं, तेरे मरीज को पीड़ित करते हैं। वे परदेसी और विधान की हत्या करते हैं, वे प्रतिहीन बच्चों को मार डालते हैं। वे यह कहते हैं, प्रभु नहीं देखता है, इज़राइल का परमेश्वर नहीं समझता है। अरे ना समझ लोगों, तुम विचार करो। हे मूर्खों, तुम कब तक समझ में से काम लोगे? क्या कान को बनाने वाले स्वयं नहीं सुनता, अथवा आँख का रचियात स्वयं नहीं देखता? क्या सृष्टि को तड़ित करने वाला प्रभु उन्हें तड़ित ना करेगा?
जो प्रभु परमेश्वर को ज्ञान की बातें सिखाता है वह मनुष्यों के विचारों को जानता है। वह यह भी जानता है कि मनुष्य स्वस्थ मात्र है। धन है वह मनुष्य जिसको प्रभु दंडित करता है। और ये जो अपने ही व्यवस्था सिखाता है, तुम उसे संकट के दिनों में उस समय तक शांति देता है जब तक दुर्जन के लिए गड्ढा ना खोदा जाए। प्रभु अपने निज लोगों को नहीं छोड़ता, वह अपने ਇੱਥੇ ਤੱਕ ਠੀਕ। ਸੋ ਪਹਿਲਾਂ ਉਸਨੇ ਇੱਕ ਬੜਾ ਸੋਹਣੀ ਫਾਊਂਡੇਸ਼ਨ ਬਣੀ। ਉਸ ਫਾਊਂਡੇਸ਼ਨ ਦੇ ਵਿੱਚ ਉਸਨੇ ਸਾਨੂੰ ਦਿਖਾਇਆ ਕਿ ਲੋਕ ਜਿਹੜੇ ਸਭ ਤੋਂ ਜਿਹੜੀ ਪਹਿਲੀ ਚੀਜ਼ ਉਸਨੇ ਕਹੀ, ਬਦਲਾ ਲੈਣਾ ਪਰਮੇਸ਼ਰ ਦਾ ਕੰਮ। ਉਸਨੇ ਕਿਸੇ ਤੋਂ ਬਦਲਾ ਨਹੀਂ ਤੱਕਿਆ, ਕਿਸੇ ਤੋਂ ਆ ਕੇ ਕਿਸੇ ਨੂੰ ਆ ਕੇ ਜਾਨੋਂ ਨਹੀਂ ਮਾਰਿਆ, ਕਿਉਂਕਿ ਜਦੋਂ ਉਹ ਉਜਾੜ ਦੇ ਵਿੱਚ ਸੀ ਤਾਂ ਉਹਨਾਂ ਨੇ ਉਹਦੇ ਖਿਲਾਫ ਕੁਝ ਕੀਤਾ, ਕਿਸੇ ਤੋਂ ਬਦਲਾ ਨਹੀਂ ਲਿਆ। ਉਸਨੇ ਬਦਲਾ ਲੈਣਾ ਤੇਰਾ ਕੰਮ। ਔਰ ਪ੍ਰਭੂ ਧੰਨ ਜਿਹੜਾ ਇਸ ਚੀਜ਼ ਨੂੰ ਕਹਿ ਦਿੰਦਾ ਬਦਲਾ ਲੈਣਾ ਤੇਰਾ ਕੰਮ ਆ, ਉਸ ਦੇ ਬਦਲੇ ਪ੍ਰਭੂ ਉਸ ਬੰਦੇ ਨੂੰ ਬਹੁਤ ਕੁਛ ਦਿੰਦਾ। ਜੇ ਅਸੀਂ ਬਦਲੇ ਦੀ ਰੱਖਾਂਗੇ, ਆਸ ਰੱਖਾਂਗੇ ਔਰ ਬਦਲਾ ਅਸੀਂ ਆਪ ਲਵਾਂਗੇ, ਦੇ ਸਾਹਮਣੇ ਅਸੀਂ ਸਾਡਾ ਜਿਹੜਾ ਉਹ ਜਗ੍ਹਾ ਆ ਉਹ ਘਟ ਜਾਂਦੀ ਹੈ। ਸੋ ਉਹ ਕੀ ਕਹਿ ਰਿਹਾ, ਦੇਖੋ ਉਸਨੇ ਇੱਕ ਚੀਜ਼ ਕਹੀ ਹੈ, ਕਹਿੰਦਾ ਕਿ ਸਾਡੇ ਕੰਨਾਂ ਬਣਾਉਣ ਵਾਲੇ ਨੂੰ ਆਪ ਨਹੀਂ ਸੁਣਦਾ, ਕਿ ਸਾਡੀਆਂ ਅੱਖਾਂ ਬਣਾਉਣ ਵਾਲਾ ਆਪ ਨਹੀਂ ਦੇਖਦਾ, ਉਹ ਕੌਮਾਂ ਦਾ ਕਰਤਾ ਹੈ ਕਿ ਉਹਨਾਂ ਨੂੰ ਠੀਕ ਨਹੀਂ ਕਰੇਗਾ। ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਉਹ ਕੌਮਾਂ ਦਾ ਕਰਤਾ ਹੈ ਕਿ ਉਹਨਾਂ ਨੂੰ ਠੀਕ ਨਹੀਂ ਕਰੇਗਾ। ਉਹ ਹੀ ਮਨੁੱਖਾਂ ਨੂੰ ਗਿਆਨ ਦਿੰਦਾ ਹੈ। ਪਰ ਪ੍ਰਭੂ ਮਨੁੱਖ ਦੇ ਵਿਚਾਰਾਂ ਨੂੰ ਜਾਣਦਾ ਹੈ ਕਿ ਜੋ ਕੁਝ ਹੀ ਪਲਾਂ ਲਈ ਰਹਿੰਦਾ ਹੈ। ਧਨ ਹੈ ਉਹ ਮਨੁੱਖ ਜਿਸ ਨੂੰ ਪ੍ਰਭੂ ਝਿੜਕਦਾ ਹੈ, ਜਿਸ ਨੂੰ ਤੂੰ ਆਪਣੀ ਵਿਵਸਥਾ ਸਿਖਾਉਣਾ ਹੈ। ਤੂੰ ਉਸ ਨੂੰ ਦੁੱਖ ਭਰੇ ਦਿਨਾਂ ਤੋਂ ਛੁਟਕਾਰਾ ਦੇ, ਇੱਥੇ ਦਿਲਾਂ ਲਿਖਿਆ, ਦਿਨਾਂ ਤੋਂ ਛੁਟਕਾਰਾ ਦੇਵੇਂਗਾ ਜਦੋਂ ਤੱਕ ਕਿ ਦੁਸ਼ਟ ਦੀ ਕਬਰ ਪੁੱਟੀ ਨਾ ਜਾਵੇ। ਹੁਣ ਇੱਥੋਂ ਆ ਕੇ ਸਭ ਕੁਝ ਬਦਲ ਗਿਆ, ਸਭ ਕੁਝ ਬਦਲਿਆ। ਦੇਖੋ ਇੱਕ ਰਾਜਾ, ਉਸਦੀ ਪ੍ਰਜਾ ਇਕੱਠੀ ਹੋਈ ਹੋਆ, ਉੱਥੇ ਆਨੰਦ ਮਨਾਇਆ ਜਾਂਦਾ, ਲੋਕ ਰੋਟੀਆਂ ਵੀ ਬਣਾ ਕੇ ਲੈ ਕੇ ਆਏ ਆ, ਰੋਟੀਆਂ ਬਣਾ ਕੇ ਨਾਲ ਲੈ ਕੇ ਆਏ, ਔਰ ਉੱਥੇ ਆਨੰਦ ਮਨਾਇਆ ਜਾ ਰਿਹਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ। ਔਰ ਉਹਨਾਂ ਦਾ ਰਾਜਾ ਇਹ ਕੋਈ ਪ੍ਰੋਤ ਨਹੀਂ ਗੇ, ਉਹਨਾਂ ਦਾ ਰਾਜਾ ਉਹਨਾਂ ਨੂੰ ਪ੍ਰਭੂ ਦੇ ਬਾਰੇ ਦੱਸਦਾ ਪਿਆ। ਜਿਹੜਾ ਉਹਨਾਂ ਦਾ ਨਾਇਕ ਆ ਉਹ ਉਹਨਾਂ ਨੂੰ ਪ੍ਰਭੂ ਦੇ ਬਾਰੇ ਦੱਸਦਾ ਪਿਆ। ਕਿੰਨਾ ਵੱਡਾ ਕੌਮਾਂ ਉਸ ਕੌਮ ਦੇ ਉੱਤੇ, ਕਿੰਨਾ ਵੱਡਾ ਉਸ ਕੌਮ ਦੇ ਉੱਤੇ ਅਸਰ ਹੋਇਆ ਹੋਏਗਾ। ਰੀਅਲੀ ਇਹ ਦੇਖਣ ਵਾਲੀ ਚੀਜ਼ ਹੈ ਕਿ ਜੇ ਸਾਡਾ ਪ੍ਰਾਈਮ ਮਿਨਿਸਟਰ ਖੜਾ ਹੋ ਕੇ ਪ੍ਰਭੂ ਦੇ ਲਈ ਬੋਲੇ ਤਾਂ ਜਿਹੜੇ ਇਹ ਕੱਚੇ ਪੱਕੇ ਕ੍ਰਿਸਚਨ ਤੁਰੇ ਫਿਰਦੇ ਕਿੱਦਾਂ ਉਹ ਪ੍ਰਭੂ ਦੇ ਵੱਲ ਖਿੱਚ ਖਾਣਗੇ। ਇਹ ਰਿਵਾਈਵਲ ਆਈ ਹੋਆ ਉੱਥੇ। ਉਹਨਾਂ ਦਾ ਰਾਜਾ, ਸਾਰੇ ਇਜ਼ਰਾਈਲ ਦਾ ਰਾਜਾ ਗਾਉਂਦਾ ਪਿਆ ਔਰ ਆਪਣੇ ਲੋਕਾਂ ਨੂੰ ਦੱਸਦਾ ਪਿਆ। ਉਸਨੇ ਦੇਖਿਆ ਕਿ ਇਹ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਸਮਝਦੇ ਸੀਗੇ, ਇਹ ਦੁਸ਼ਟ ਜਿਹੜੇ ਸੀਗੇ, ਦੇਖੋ ਪ੍ਰਭੂ ਨੇ ਉਹਨਾਂ ਦਾ ਕੀ ਹਾਲ ਕੀਤਾ, ਕੀ ਹਾਲ ਕੀਤਾ। ਔਰ ਫਿਰ ਦਾਊਦ ਕੀ ਕਹਿੰਦਾ ਪਰ ਪ੍ਰਭੂ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ, ਉਹ ਆਪਣੇ ਵਿਰਸੇ ਨੂੰ ਨਹੀਂ ਛੱਡੇਗਾ। ਨਿਆਂ ਇੱਕ ਵਾਰ ਫਿਰ ਸੱਚਾਈ ਤੇ ਆਧਾਰਿਤ ਹੋਵੇਗਾ ਅਤੇ ਸਾਫ਼ ਦਿਲ ਲੋਕ ਉਸ ਦੀ ਪਾਲਣਾ ਕਰਨਗੇ। ਸੋ ਇਸ ਵੇਲੇ
ਉਹ ਪ੍ਰਭੂ ਦੇ ਨਾਲ ਔਰ ਆਪਣੇ ਲੋਕਾਂ ਦੇ ਨਾਲ ਇੱਕ ਨੇਮ ਬਣਦਾ ਪਿਆ, ਇੱਕ ਨੇਮ ਬਣਦਾ ਪਿਆ, ਨਵਾਂ ਰਾਜ ਸਥਾਪਿਤ ਹੋਇਆ ਹੈ। ਸੋ ਇਹਨਾਂ ਜ਼ਬੂਰਾਂ ਦੇ ਮਤਲਬ ਆ, ਇਹ ਜ਼ਬੂਰ ਕਿਉਂ ਬੋਲੇ ਗਏ, ਇਹ ਜ਼ਬੂਰ ਕਿਉਂ ਲਿਖੇ ਗਏ, ਇਹ ਭਜਨ ਕਿਉਂ ਗਾਏ ਗਏ, ਇਹਨਾਂ ਦੇ ਪਿੱਛੇ ਇਤਿਹਾਸ, ਇਹਨਾਂ ਦੇ ਪਿੱਛੇ ਰਿਐਲਿਟੀ ਆ। ਇਹ ਇਦਾਂ ਨਹੀਂ ਕਿ ਬਹਿ ਕੇ ਲਿਖ ਦਿੱਤੇ, ਚਾਰ ਤੁਕਾਂ ਉਧਰੋਂ ਫੜੀਆਂ, ਚਾਰ ਇਧਰੋਂ ਫੜੀਆਂ, ਨਹੀਂ, ਇਹ ਕਿਸੇ ਬੰਦੇ ਦਾ ਖੂਨ ਔਰ ਪਸੀਨਾ ਆ ਕਿ ਜਿਹੜਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਸ ਨੂੰ ਲੈ ਕੇ ਆਉਂਦਾ। ਇਹ ਜ਼ਬੂਰ ਗੀਤ ਨਹੀਂ, ਇਹ ਜ਼ਬੂਰ ਇਤਿਹਾਸ ਆ ਸਾਡਾ, ਇਹ ਸਾਡੀ ਹਿਸਟਰੀ ਆ। ਇਹ ਜ਼ਬੂਰ ਜਿਸ ਤਰ੍ਹਾਂ ਉਹ ਕਹਿ ਰਿਹਾ ਕਿ ਪ੍ਰਭੂ ਆਪਣੇ ਵਿਰਸੇ ਨੂੰ ਨਹੀਂ ਛੱਡੇਗਾ, ਅਸੀਂ ਉਸ ਦਾ ਵਿਰਸਾ, ਪਰ ਇਹ ਜ਼ਬੂਰ ਸਾਡਾ ਵਿਰਸਾ ਹੈ, ਇਹ ਸਾਡਾ ਵਿਰਸਾ ਹੈ। ਇਹ ਜ਼ਬੂਰ ਇਤਿਹਾਸ ਆ, ਇਹ ਗੀਤ ਨਹੀਂ ਹੈ। ਇਹ ਜ਼ਬੂਰ ਲਿਖੇ ਨਹੀਂ ਗਏ, ਇਹ ਜ਼ਬੂਰ ਪੈਦਾ ਹੋਏ ਔਰ ਦੁੱਖਾਂ ਚੋਂ ਪੈਦਾ ਹੋਏ। ਸੋ ਦੇਖੋਗੇ ਕੀ ਕਹਿੰਦਾ, ਕਹਿੰਦਾ ਕੌਣ ਮੇਰੇ ਲਈ ਦੁਸ਼ਟ ਦੇ ਨਾਲ ਟਾਕਰਾ ਕਰੇਗਾ, ਕੌਣ ਮੇਰੇ ਲਈ ਬੁਰੇ ਕੰਮ ਕਰਨ ਵਾਲਿਆਂ ਦੇ ਨਾਲ ਲੜੇਗਾ। ਅਸੀਂ ਦਾਊਦ ਦਾ ਸਾਰਾ ਇਤਿਹਾਸ ਪੜ੍ਹ ਕੇ ਹਟੇ ਹਾਂ ਹੁਣੇ, ਉਹਦਾ ਪਹਿਲਾ ਇਤਿਹਾਸ ਪੜ੍ਹ ਕੇ ਹਟੇ ਹਾਂ। ਅੱਜ ਉਹ ਰਾਜਾ ਬਣਿਆ, ਪੀਲੀਜੀਤ ਬਦਲਿਆ, ਕੌਮ ਮੋਰੇ ਬੈਠੀ ਆ, ਦਾਊਦ ਉਹਨਾਂ ਨੂੰ ਦੱਸਦਾ ਪਿਆ ਕੌਣ, ਕਿਹਨੇ ਮੇਰੇ ਲਈ ਇਹ ਸਾਰਾ ਕੁਝ ਕੀਤਾ, ਕਿਹਨੇ ਮੇਰੇ ਲਈ ਇਹ ਸਾਰਾ ਕੁਝ ਕੀਤਾ। ਜੇਕਰ ਪ੍ਰਭੂ ਨੇ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਮੇਰੇ ਪ੍ਰਾਣ ਕਦੋਂ ਦੇ ਨਿਕਲ ਗਏ ਹੁੰਦੇ। ਜਦੋਂ ਵੀ ਮੈਂ ਸੋਚਿਆ ਮੇਰੇ ਪੈਰ ਫਿਸਲਣ ਵਾਲੇ ਹਨ, ਹੇ ਪ੍ਰਭੂ ਤੇਰੀ ਦਇਆ ਨੇ ਮੈਨੂੰ ਸੰਭਾਲ ਲਿਆ। ਜਦੋਂ ਵੀ ਮੈਂ ਚਿੰਤਾਵਾਨ ਹੋਇਆ, ਤੇਰੀ ਤਸੱਲੀ ਤੋਂ ਮੈਨੂੰ ਖੁਸ਼ੀ ਮਿਲੀ। ਦੇਖੋ ਹੁਣ ਅਸੀਂ ਦਾਊਦ ਦਾ ਇਤਿਹਾਸ ਪੜ੍ਹਿਆ ਨਾ, ਇਸ ਜ਼ਬੂਰ ਨੂੰ ਸਹੀ ਜਗ੍ਹਾ ਤੇ ਦੇਖਦੇ ਪਏ ਆ, ਇਹਨਾਂ ਨੂੰ ਖੋਲਣ ਦੀ ਵੀ ਲੋੜ ਨਹੀਂ ਪੈਂਦੀ। ਸਮਝ ਆ ਰਹੀ, ਸਮਝ ਆ ਰਹੀ। ਔਰ ਗਾਂ ਤੋਂ ਜਿਸਲੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਦੀ ਲੰਘਾਂਗੇ ਔਰ ਲੰਘ ਵੀ ਰਹੇ ਹਾਂ, ਸਾਡੇ ਵਿੱਚੋਂ ਬਹੁਤ ਭੈਣ-ਭਰਾ ਲੰਘ ਰਹੇ, ਇਹ ਜ਼ਬੂਰ ਕਿ ਤਸੱਲੀ ਦੇਣਗੇ ਤੇ ਭਾਰਾ ਸਮਾਂ ਸਦਾ ਤੱਕ ਨਹੀਂ ਹੁੰਦਾ। ਪ੍ਰਭੂ ਤੇ ਭਰੋਸਾ ਰੱਖੋ, ਪ੍ਰਭੂ ਤੇ ਭਰੋਸਾ ਰੱਖਾਂਗੇ ਤਾਂ ਜਿਸ ਵੇਲੇ ਉਹ ਵਰਕਾ ਪਲਟੇਗਾ ਨਾ, ਉਹ ਜਿਹੜੇ ਦਿਨ ਹੋਣਗੇ ਉਹਦੀਆਂ ਬਰਕਤਾਂ ਹੋਣਗੀਆਂ। ਕੌਣ ਮੇਰੇ ਲਈ ਦੁਸ਼ਟ ਦਾ ਟਾਕਰਾ ਕਰੇਗਾ, ਕੌਣ ਮੇਰੇ ਲਈ ਬੁਰੇ ਕੰਮ ਕਰਨ ਵਾਲਿਆਂ ਦੇ ਨਾਲ ਲੜੇਗਾ। ਜੇਕਰ ਪ੍ਰਭੂ ਨੇ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਮੇਰੇ ਪ੍ਰਾਣ ਕਦੋਂ ਦੇ ਨਿਕਲ ਗਏ ਹੁੰਦੇ। ਜਦੋਂ ਵੀ ਮੈਂ ਸੋਚਿਆ ਮੇਰੇ ਪੈਰ ਫਿਸਲਣ ਵਾਲੇ ਹਨ, ਹੇ ਪ੍ਰਭੂ ਤੇਰੀ ਦਇਆ ਨੇ ਮੈਨੂੰ ਸੰਭਾਲ ਲਿਆ। ਜਦੋਂ ਵੀ ਮੈਂ ਚਿੰਤਾਵਾਨ ਹੋਇਆ, ਤੇਰੀ ਤਸੱਲੀ ਤੋਂ ਮੈਨੂੰ ਖੁਸ਼ੀ ਮਿਲੀ। ਭ੍ਰਸ਼ਟੀ ਨਿਆਂਕਰਤਾਵਾਂ ਦਾ ਤੇਰੇ ਨਾਲ ਕੋਈ ਵਾਸਤਾ ਨਹੀਂ, ਜੋ ਅਨਿਆਂ ਨੂੰ ਕਾਨੂੰਨ ਦੇ ਰੂਪ ਦਿੰਦੇ ਹਨ। ਉਹ ਭਲੇ ਮਨ ਵਾਲਿਆਂ ਦਾ ਵਿਰੋਧ ਕਰਦੇ ਹਨ, ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੰਦੇ ਹਨ। ਕੀ ਉਸ ਦੇ ਖਿਲਾਫ ਉਸਨੇ ਸਾਊਲ ਦੇ ਖਿਲਾਫ ਕੀਤਾ ਸੀ? ਕੁਛ ਵੀ ਨਹੀਂ। ਦਾਊਦ ਨੇ ਉਸ ਨੂੰ ਖੜਾ ਹੋ ਕੇ ਕਿਹਾ ਸੀ, ਜੇ ਤੈਨੂੰ ਮੇਰੇ ਖਿਲਾਫ ਤੇਰੇ ਕੋਲ ਕੁਛ ਹੈ ਤਾਂ ਦੱਸ ਤਾਂ ਸਹੀ, ਮੈਂ ਕੀ ਕੀਤਾ ਜਿਹੜਾ ਤੂੰ ਮੇਰੇ ਮਗਰ ਪਿਆ ਹੈ। ਝੂਠਾ ਅਨਿਆਂ। ਦਾਊਦ ਦਾ ਮਰਨਾ ਜ਼ਰੂਰੀ ਹੈ, ਦਾਊਦ ਦਾ ਮਰਨਾ ਜ਼ਰੂਰੀ ਹੈ। ਪ੍ਰਭੂ ਨੇ ਪਹਿਲਾਂ ਕਿਹਾ ਕਿ ਕੋਸ਼ਿਸ਼ ਕਰਕੇ ਦੇਖ ਲਾ ਜੋਰ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਸੋ ਜਿਸਲੇ ਦਾਊਦ ਨੇ ਇਹ ਗੱਲ ਕਹੀ ਆ, ਜਿਹੜੇ ਮੋਹਰੇ ਬੈਠੇ ਲੋਕ ਆ ਉਹਨਾਂ ਨੂੰ ਪਤਾ ਉਹ ਕੀ ਕਹਿ ਰਿਹਾ, ਉਹਨਾਂ ਨੂੰ ਪਤਾ ਸਾਊਲ ਕਿੱਦਾਂ ਸਾਰੇ ਇਜ਼ਰਾਈਲ ਨੂੰ ਪਿੱਛੇ ਛੱਡ ਕੇ ਤੇ ਦਾਊਦ ਦੇ ਪਿੱਛੇ, ਦਾਊਦ ਨੂੰ ਹੀ ਲੱਭਣ ਤੁਰਿਆ ਰਿਹਾ ਸਾਰੀ ਉਮਰ।
ਭ੍ਰਸ਼ਟੀ ਨਿਆਂਕਰਤਾਵਾਂ ਦਾ ਤੇਰੇ ਨਾਲ ਕੋਈ ਵਾਸਤਾ ਨਹੀਂ, ਜੋ ਅਨਿਆਂ ਨੂੰ ਕਾਨੂੰਨ ਦਾ ਰੂਪ ਦਿੰਦੇ ਹਨ। ਉਹ ਭਲੇ ਮਨ ਵਾਲਿਆਂ ਦਾ ਵਿਰੋਧ ਕਰਦੇ ਹਨ, ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੰਦੇ ਹਨ। ਫਿਰ ਪਰ ਪ੍ਰਭੂ ਮੇਰੀ ਉੱਚੀ ਮੇਰੀ ਉੱਚੀ ਸੁਰੱਖਿਅਤ ਥਾਂ, ਉਹ ਮੇਰੇ ਦਰਸ਼ਨ ਲੈਣ ਵਾਲੀ ਚੱਟਾਨ ਹੈ। ਪ੍ਰਭੂ ਮੇਰੀ ਸੁਰੱਖਿਆ ਥਾਂ ਹੈ ਜਾਂ ਸੁਰੱਖਿਅਤ ਥਾਂ ਹੈ, ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ, ਸੁਰੱਖਿਅਤ ਥਾਂ ਹੈ। ਉਹ ਮੇਰੇ ਦਰਸ਼ਨ ਲੈਣ ਵਾਲੀ ਚੱਟਾਨ ਹੈ। ਉਹ ਦੁਸ਼ਟਾਂ ਨੂੰ ਦੁਸ਼ਟਾਂ ਦਾ ਬਦਲਾ ਦੇਵੇਗਾ, ਪਰ ਉਹ ਉਹਨਾਂ ਨੂੰ ਉਹਨਾਂ ਦੀ ਆਪਣੀ ਬੁਰਾਈ ਦੇ ਨਾਲ ਹੀ ਨਾਸ਼ ਕਰ ਦੇਵੇਗਾ। ਹਾਂ, ਪ੍ਰਭੂ ਸਾਡਾ ਪਰਮੇਸ਼ਰ ਉਹਨਾਂ ਨੂੰ ਬਿਲਕੁਲ ਨਾਸ਼ ਕਰ ਦੇਵੇਗਾ। Isn't that amazing? ਸਾਊਲ ਆਪਣੀ ਦੁਸ਼ਟਤਾ ਦੇ ਕਾਰਨ ਮਾਰਿਆ ਗਿਆ, ਆਪਣੀ ਤਲਵਾਰ ਦੇ ਉੱਤੇ ਉਸ ਨੂੰ ਆਪ ਡਿੱਗਣਾ ਪਿਆ, ਉਸ ਦੀ ਆਪਣੀ ਤਲਵਾਰ ਨੂੰ ਆਪਣੀ ਢਿੱਡ ਦੇ ਵਿੱਚ ਆਪ ਖੋਬਣਾ ਪਿਆ। ਇਹ ਚੀਜ਼ਾਂ ਦਾਊਦ ਕਹਿ ਰਿਹਾ ਇਹਨਾਂ ਜ਼ਬੂਰਾਂ ਦੇ ਵਿੱਚ। ਇਹ ਪ੍ਰਭੂ ਨੂੰ ਬਰਕਤ ਦੇ ਰਿਹਾ, ਇਹ ਕਾਂਗਰੀਗੇਸ਼ਨ ਨੂੰ ਬਰਕਤ ਦੇ ਰਿਹਾ। ਮਹੀਨਾ 2 ਮਹੀਨੇ ਉੱਥੇ ਚੱਲਦਾ ਰਿਹਾ, ਲਗਾਤਾਰ ਚੱਲਦਾ ਰਿਹਾ। ਸੋ ਜਿਹੜਾ ਇਹ ਨਹੀਂ ਹੈਗਾ ਕਿ ਅਸੀਂ 6ਵਾਂ ਚੈਪਟਰ ਪੜ੍ਹ ਲਿਆ ਤੇ ਬਸ 5 ਮਿੰਟਾਂ 'ਚ ਪੜ੍ਹ ਲਿਆ, 6ਵਾਂ ਚੈਪਟਰ 6 ਮਿੰਟਾਂ 'ਚ ਹੀ ਖਤਮ ਹੋ ਗਿਆ। ਨੋ, ਉਹ ਬਹੁਤ ਦੇਰ ਚੱਲਦਾ ਰਿਹਾ, ਦਿਨ ਰਾਤ ਚੱਲਦਾ ਰਿਹਾ। ਪ੍ਰਭੂ ਨੂੰ ਦਿਨ ਰਾਤ ਉੱਥੇ ਬਰਕਤ ਮਿਲਦੀ ਰਹੀ। ਉੱਥੇ ਦਾਊਦ ਨੇ ਬਹੁਤ ਸਾਰੇ ਜ਼ਬੂਰ ਜੋ ਉਸਨੇ ਆਪਣੇ ਦੁੱਖਾਂ ਦੇ ਦਿਨਾਂ ਦੇ ਵਿੱਚ ਲਿਖੇ ਸੀ ਉਹ ਵੀ ਗਾਏ, ਔਰ ਦਾਊਦ ਨੇ ਆਪਣੇ ਉਹ ਵੀ ਜ਼ਬੂਰ ਇੱਥੇ ਜਿਹੜੀ ਉਸਦੀ ਸ਼ੁਕਰਗੁਜ਼ਾਰੀ ਦੇ ਸੀਗੇ, ਉਸਨੇ ਉਹਨਾਂ ਨੂੰ ਵੀ ਭਜਨਾਂ ਦਾ ਰੂਪ ਦੇ ਕੇ ਇੱਥੇ ਪ੍ਰਭੂ ਦੇ ਸਾਹਮਣੇ ਲੈ ਕੇ ਆਇਆ। ਅਸੀਂ ਜ਼ਬੂਰ 95 ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੀ ਹਾਂ ਪਾਸਟਰ। ਮਹਿਮਾ ਦਾ ਗੀਤ। ਆਓ ਅਸੀਂ ਪ੍ਰਭੂ ਦੀ ਜੈ ਜੈਕਾਰ ਕਰੀਏ, ਆਓ ਅਸੀਂ ਆਪਣੀ ਮੁਕਤੀ ਦੀ ਚਟਾਨ ਲਈ ਨਾਅਰੇ ਮਾਰੀਏ, ਆਓ ਅਸੀਂ ਧੰਨਵਾਦੀ ਮਨ ਲੈ ਕੇ ਉਸ ਦੇ ਸਾਹਮਣੇ ਜਾਈਏ, ਆਓ ਅਸੀਂ ਸੁਰਾਂ ਨਾਲ ਉਸ ਦੀ ਮਹਿਮਾ ਦੇ ਗੀਤ ਗਾਈਏ, ਕਿਉਂਕਿ ਪ੍ਰਭੂ ਵੱਡਾ ਪਰਮੇਸ਼ਰ ਹੈ, ਉਹ ਸਭ ਦੇਵਤਿਆਂ ਦਾ ਮਹਾਰਾਜਾ ਹੈ। ਧਰਤੀ ਦੀਆਂ ਡੂੰਘਾਈਆਂ ਉਸੇ ਦੇ ਹੱਥ ਦੇ ਹੇਠ ਹਨ, ਸਭ ਪਹਾੜਾਂ ਦੀਆਂ ਚੋਟੀਆਂ ਵੀ ਉਸੇ ਦੀਆਂ ਹਨ। ਸਾਗਰ ਉਸੇ ਦੀ ਕਾਰੀਗਰੀ ਹੈ, ਇਸ ਲਈ ਉਹ ਉਸੇ ਦਾ ਹੈ, ਧਰਤੀ ਵੀ ਉਸੇ ਦੇ ਹੱਥਾਂ ਦੀ ਰਚਨਾ ਹੈ। ਆਓ ਉਸ ਦੀ ਆਰਾਧਨਾ ਸਿਰ ਨੀਵਾਂ ਕਰਕੇ ਕਰੀਏ ਅਤੇ ਪ੍ਰਭੂ ਆਪਣੇ ਕਰਤਾ ਦੇ ਸਾਹਮਣੇ ਆਪਣੇ ਗੋਡੇ ਟੇਕੀਏ, ਕਿਉਂਕਿ ਉਹ ਸਾਡਾ ਪਰਮੇਸ਼ਰ ਹੈ। ਅਸੀਂ ਉਸ ਦੇ ਦਰਗਾਹਾਂ ਦੇ ਲੋਕ ਹਾਂ ਅਤੇ ਉਸ ਦਾ ਇੱਜੜ ਹਾਂ। ਅੱਜ ਤੁਸੀਂ ਉਸ ਦੀ ਆਵਾਜ਼ ਸੁਣੋ, ਤੁਸੀਂ ਆਪਣੇ ਮਨ ਸਖਤ ਨਾ ਕਰੋ, ਜਿਸ ਤਰ੍ਹਾਂ ਤੁਹਾਡੇ ਪੁਰਖਿਆਂ ਨੇ ਮਰੀਬਾ ਦੀ ਥਾਂ ਤੇ ਅਤੇ ਉਜਾੜ ਵਿੱਚ ਮਸਾ ਦੀ ਥਾਂ ਤੇ ਕੀਤੇ ਸਨ। ਉਸ ਸਮੇਂ ਤੁਹਾਡੇ ਪੁਰਖਿਆਂ ਨੇ ਮੇਰੇ ਕੰਮ ਦੇਖਣ ਤੇ ਵੀ ਮੈਨੂੰ ਪਰਖਿਆ ਅਤੇ ਪਰਤਾਇਆ ਸੀ। ਉਹਨਾਂ ਨੇ ਪੂਰੇ 40 ਸਾਲਾਂ ਤੱਕ ਮੈਨੂੰ ਅਕਾਇਆ। ਤਾਂ ਮੈਂ ਕਿਹਾ, ਇਹ ਲੋਕ ਦਿਲਾਂ ਦੇ ਬੁਰੇ ਹਨ, ਇਹਨਾਂ ਮੇਰੇ ਰਾਹਾਂ ਨੂੰ ਨਹੀਂ ਜਾਣਿਆ ਹੈ। ਇਸ ਲਈ ਮੈਂ ਆਪਣੇ ਕ੍ਰੋਧ ਵਿੱਚ ਸਹੁੰ ਖਾਧੀ, ਇਹ ਉਸ ਸੁੱਖ ਭਰੀ ਧਰਤੀ ਤੇ ਨਹੀਂ ਜਾ ਸਕਣਗੇ ਜੋ ਮੈਂ ਉਹਨਾਂ ਨੂੰ ਦੇਵਾਂਗਾ। ਆਮੀਨ। ਇੱਥੇ 4 ਚੀਜ਼ਾਂ ਹੁੰਦੀਆਂ ਪਈਆਂ। ਐਕਚੁਅਲੀ ਇਹ ਜ਼ਬੂਰ 94, 95, 96 ਨੰਬਰ ਤਾਂ ਅਸੀਂ ਦਿੱਤੇ। ਇਹ ਬੇਸਿਕਲੀ ਇੱਕੋ ਹੀ ਜ਼ਬੂਰ ਸੀਗਾ, ਜਿਸ ਨੂੰ ਅਸੀਂ ਤਾਂ ਕਿ ਆਸਾਨੀ ਦੇ ਨਾਲ ਸਮਝ ਸਕੀਏ ਤਾਂ ਇਸ ਨੂੰ ਜਿੱਦਾਂ ਕਿ 4 ਹਿੱਸਿਆਂ ਦੇ ਵਿੱਚ ਇਹਨਾਂ ਨੂੰ ਵੰਡ ਦਿੱਤਾ ਗਿਆ। ਪਰ ਜੋ ਇੱਥੇ ਹੁੰਦਾ ਪਿਆ ਹੈਗਾ, ਇੱਥੇ ਇੱਕ ਪ੍ਰੋਸੈਸ ਚੱਲਦਾ ਪਿਆ ਇਹਨਾਂ ਜ਼ਬੂਰਾਂ ਦੇ ਵਿੱਚ। ਸੋ ਪਹਿਲੇ ਜ਼ਬੂਰ ਦੇ ਵਿੱਚ, ਪਹਿਲੇ ਹਿੱਸਿਆਂ ਦੇ ਵਿੱਚ ਜਿਸਲੇ 93 ਜ਼ਬੂਰ ਆਉਂਦਾ, ਉਸ ਵੇਲੇ ਤਾਂ ਉਸਨੇ ਪ੍ਰਭੂ ਦੀ ਵਡਿਆਈ ਦੇ ਨਾਲ ਉਹ 5 ਆਇਤਾਂ ਸ਼ੁਰੂ ਕੀਤੀਆਂ। ਫਿਰ ਉਸਨੇ ਸਾਊਲ ਦੇ ਉੱਤੇ ਉਸਨੇ ਦਿਖਾਇਆ ਕਿ ਇੱਕ ਦੁਸ਼ਟ ਦਾ ਰਾਜ ਇਸ ਧਰਤੀ ਦੇ ਉੱਤੇ ਸੀ ਔਰ ਇਹ ਸਾਰੇ ਕੰਮ ਕਰਦਾ ਸੀ। ਪ੍ਰਭੂ ਨੇ ਉਸਨੂੰ ਨਹੀਂ ਰਹਿਣ ਦਿੱਤਾ। ਫਿਰ ਉਸਨੇ ਅਗਲੇ ਸਟੈਪ ਦੇ ਵਿੱਚ ਲੈ ਕੇ ਗਿਆ ਕਿ ਪ੍ਰਭੂ ਆਪਣੇ ਵਾਅਦੇ ਭੁੱਲਦਾ ਨਹੀਂ। ਇਟਸ ਬੇਸਿਕਲੀ ਅ ਸਰਮਨ ਜੋ ਦਾਊਦ ਦੇ ਰਿਹਾ। ਫਿਰ ਉਸਨੇ ਜਿਹੜਾ ਤੀਸਰਾ ਹਿੱਸਾ ਉਹਨਾਂ ਨੂੰ ਦਿਖਾਇਆ, ਉਹ ਇਹ ਦਿਖਾਇਆ ਕਿ ਪ੍ਰਭੂ ਆਪਣੇ ਵਾਅਦਿਆਂ ਨੂੰ
ਭੁੱਲਦਾ ਨਹੀਂ। ਔਰ ਪ੍ਰਭੂ ਭਲਾ ਆ। ਦੇਖੋ ਮੇਰੀ ਜ਼ਿੰਦਗੀ 'ਚ ਕੀ ਹੋਇਆ। ਹੁਣ ਉਸਨੇ ਟੈਸਟਮਨੀ ਆਪਣੀ ਦਿੱਤੀ। ਮੇਰੀ ਜ਼ਿੰਦਗੀ 'ਚ ਕੀ ਹੋਇਆ ਜਿਸ ਵੇਲੇ ਮੈਂ, ਅਗਰ ਪ੍ਰਭੂ ਨੇ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਮੇਰੇ ਪ੍ਰਾਣ ਕਦੋਂ ਦੇ ਚਲੇ ਗਏ ਹੁੰਦੇ। ਜਦ ਮੈਂ ਚਿੰਤਾ ਦੇ ਵਿੱਚ ਸੀ ਉਹਨੇ ਮੈਨੂੰ ਤਸੱਲੀ ਦਿੱਤੀ। ਜਦ ਮੈਂ ਫਿਸਲਣ ਵਾਲਾ ਸੀ ਉਹਦੀ ਦਇਆ ਨੇ ਮੈਨੂੰ ਸੰਭਾਲ ਲਿਆ। ਔਰ ਜਿਸ ਵੇਲੇ ਭ੍ਰਸ਼ਟੀ ਨਿਆਂ ਕਰਤਾਵਾਂ ਨੇ ਮੇਰੇ ਉੱਤੇ ਮੈਨੂੰ ਮਾਰਨ ਦੀ ਸਾਜ਼ਿਸ਼ ਰਚ ਲਈ ਔਰ ਉਹਨਾਂ ਨੇ ਇਹ ਸੋਚ ਲਿਆ ਕਿ ਦਾਊਦ ਦਾ ਮਰਨਾ ਜ਼ਰੂਰੀ ਆ, ਤਾਂ ਪ੍ਰਭੂ ਨੇ ਮੇਰੀ ਸੰਭਾਲ ਕੀਤੀ। ਔਰ ਜੋ ਮੇਰੀ ਤੇ ਤਲਵਾਰ ਲੈ ਕੇ ਆ ਰਹੇ ਸੀ ਉਹ ਆਪਣੀ ਤਲਵਾਰ ਦੇ ਨਾਲ ਆਪੇ ਹੀ ਮਰ ਗਏ। ਹੁਣ ਇੱਕ ਚੀਜ਼ ਹੋਈ ਆ, ਜਿਸ ਵੇਲੇ ਅਸੀਂ ਇਸ 95 ਜ਼ਬੂਰ ਦੀਆਂ ਪੜ੍ਹਦੇ ਹਾਂ ਤੇ ਪਹਿਲੀਆਂ ਜਿਹੜੀਆਂ 7 ਆਇਤਾਂ ਇਸ ਜ਼ਬੂਰ ਦੇ ਵਿੱਚ, ਉਹ ਹੈ ਅਗਲਾ ਸਟੈਪ। ਔਰ ਅਗਲਾ ਸਟੈਪ ਇਹ ਆ, ਹੁਣ ਉਹ ਕਹਿ ਰਿਹਾ ਕਿ ਆਓ ਇਸ ਪ੍ਰਭੂ ਦੇ, ਆਓ ਹੁਣ ਇਸ ਪ੍ਰਭੂ ਦੇ ਲਈ ਦੀ ਜੈ ਜੈਕਾਰ ਕਰੀਏ। ਮੇਰੇ ਨਾਲ ਜੋ ਕੁਛ ਹੋਇਆ, ਉਹਦਾ ਸਿੰਘਾਸਨ ਸਵਰਗ ਦੇ ਵਿੱਚ ਆ। ਬੁਰਿਆਂ ਨੇ ਆਪਣੇ ਰਸਤੇ ਦੇ ਨਾਲ ਕੰਮ ਕਰਨਾ ਚਾਹਿਆ, ਪਰ ਪ੍ਰਭੂ ਬਚਾ ਸੀ, ਉਹਨੇ ਮੈਨੂੰ ਬਚਾ ਲਿਆ। ਮੈਂ ਤੁਹਾਡੇ ਸਾਹਮਣੇ ਖੜਾ ਔਰ ਜਿਸ ਵੇਲੇ ਮੇਰੇ ਤੇ ਆਹ ਭਾਰੇ ਸਮੇਂ ਆਏ, ਉਸਨੇ ਮੇਰੀ ਸੰਭਾਲ ਕੀਤੀ, ਉਸਨੇ ਮੈਨੂੰ ਤਸੱਲੀ ਦਿੱਤੀ, ਉਸਨੇ ਮੈਨੂੰ ਤਿਲਕਣ ਤੋਂ ਬਚਾਇਆ। ਔਰ ਜਿਹੜੇ ਮੇਰੇ ਤੇ ਖੂਨ ਦਾ ਜ਼ੋਰ ਲਾ ਕੇ ਮੈਨੂੰ ਮਾਰਨਾ ਚਾਹੁੰਦੇ ਸੀ, ਉਹ ਆਪਣੀਆਂ ਸਕੀਮਾਂ ਦੇ ਵਿੱਚ ਆਪ ਹੀ ਫਸ ਗਏ, ਆਪਣੀ ਤਲਵਾਰ ਦੇ ਉੱਤੇ ਆਪ ਹੀ ਡਿੱਗ ਪਏ। ਸੋ ਆਓ ਹੁਣ ਉਸ ਪ੍ਰਭੂ ਦੇ ਲਈ ਜੈ ਜੈਕਾਰ ਕਰੀਏ। ਆਓ ਉਸ ਦੇ ਲਈ ਖੁਸ਼ੀ, ਆਪਣੀ ਮੁਕਤੀ ਦੀ ਚੱਟਾਨ ਦੇ ਨਾਰੇ ਮਾਰੀਏ। ਮੁਕਤ ਹੋ ਕੇ ਉੱਥੇ ਬੈਠਾ ਆ ਰਾਜਾ, ਆਪਣੀ ਪ੍ਰਜਾ ਨੂੰ ਪ੍ਰਭੂ ਦੇ ਵੱਲ ਨੂੰ ਲੈ ਕੇ ਜਾ ਰਿਹਾ। ਇੱਕ ਨਵੇਂ ਰਾਜ ਦੀ ਸੰਸਥਾਪਨਾ ਹੋ ਰਹੀ ਆ ਔਰ ਉਹ ਦੱਸ ਰਿਹਾ ਕਿ ਕਿਸ ਤਰ੍ਹਾਂ ਪ੍ਰਭੂ ਸਾਡੇ ਨਾਲ ਆ, ਕਿਸ ਤਰ੍ਹਾਂ ਅਸੀਂ ਕਿੱਦਾਂ ਦੇ ਪ੍ਰਭੂ ਦੇ ਵਿੱਚ ਹਾਂ। ਇੱਕ ਤੁਹਾਡੇ ਵਿੱਚ ਉਹ ਦੱਸ ਰਿਹਾ ਮਿਰਾਕਲ ਬੈਠਾ ਆ, ਉਹ ਮੈਂ। ਸੋ ਆਓ ਅਸੀਂ ਸੁਰਾਂ ਦੇ ਨਾਲ ਉਸਦੀ ਮਹਿਮਾ ਦੇ ਗੀਤ ਗਾਈਏ। ਪ੍ਰਭੂ ਪਰਮੇਸ਼ਰ ਹੈ, ਸਭ ਦੇਵਤਿਆਂ ਦਾ ਮਹਾਰਾਜਾ ਹੈ। ਧਰਤੀ ਦੀਆਂ ਡੂੰਘਾਈਆਂ ਉਸਦੇ ਹੱਥ ਹੇਠ ਹਨ, ਸਭ ਪਹਾੜਾਂ ਦੀਆਂ ਚੋਟੀਆਂ ਉਸੇ ਦੀਆਂ ਹਨ। ਸਾਗਰ ਉਸਦੀ ਕਾਰੀਗਰੀ ਹੈ, ਇਸ ਲਈ ਉਹ ਉਸੇ ਦਾ ਹੀ ਹੈ। ਧਰਤੀ ਵੀ ਉਸਦੇ ਹੱਥਾਂ ਦੀ ਰਚਨਾ ਹੈ। ਆਓ ਉਸਦੀ ਆਰਾਧਨਾ ਸਿਰ ਨੀਵਾਂ ਕਰਕੇ ਕਰੀਏ। ਆਓ ਉਸਦੀ ਆਰਾਧਨਾ ਸਿਰ ਨੀਵਾਂ ਕਰਕੇ ਕਰੀਏ। ਆਓ ਅਤੇ ਪ੍ਰਭੂ ਆਪਣੇ ਕਰਤਾ ਦੇ ਸਾਹਮਣੇ ਗੋਡੇ ਟੇਕੀਏ। ਸੋ ਨਾਓ ਸਰੈਂਡਰ। ਉਸਨੇ ਕਹਿੰਦਾ ਸਰੈਂਡਰ ਕਰ ਦਿਓ ਆਪਣੇ ਆਪ ਨੂੰ, ਸਰੈਂਡਰ ਕਰ ਦਿਓ ਆਪਣੇ ਆਪ ਨੂੰ ਪ੍ਰਭੂ ਦੇ ਸਾਹਮਣੇ। ਆਪਣੀਆਂ ਸਕੀਮਾਂ ਛੱਡ ਦਿਓ, ਆਪਣੇ ਤਰੀਕੇ ਛੱਡ ਦਿਓ, ਪ੍ਰਭੂ ਦੀ ਹਜ਼ੂਰੀ ਚ ਆ ਜਾਓ। ਸੋ ਕੀ ਉਹ ਕਹਿ ਰਿਹਾ, ਆਓ ਕਿਉਂਕਿ ਉਹ ਸਾਡਾ ਪਰਮੇਸ਼ਰ ਹੈ, ਅਸੀਂ ਉਸਦੇ ਚਰਾਗਾਹਾਂ ਦੀ ਲੋਕ ਹਾਂ ਅਤੇ ਉਸਦਾ ਇੱਜੜ ਹਾਂ। ਅੱਜ ਤੁਸੀਂ ਉਸਦੀ ਆਵਾਜ਼ ਸੁਣੋ। ਤੁਸੀਂ ਆਪਣੇ ਮਨਾਂ ਨੂੰ ਸਖਤ ਨਾ ਕਰੋ, ਜਿਸ ਤਰ੍ਹਾਂ ਤੁਹਾਡੇ ਪੁਰਖਿਆਂ ਨੇ ਮਰੀਬਾ ਦੀ ਥਾਂ ਤੇ ਅਤੇ ਉਜਾੜ ਵਿੱਚ ਮਸਾਹ ਦੀ ਥਾਂ ਤੇ ਕੀਤਾ ਸੀ। ਉਸ ਸਮੇਂ ਤੁਹਾਡੇ ਪੁਰਖਿਆਂ ਨੇ ਮੇਰੇ ਕੰਮ ਦੇਖਣ ਤੇ ਵੀ all the sudden now God is speaking through him। ਪ੍ਰਭੂ ਰੌਲਾ ਨਹੀਂ ਪਾਉਂਦਾ। ਸਾਰੇ ਵਚਨ ਦੇ ਵਿੱਚ, ਸਾਰੇ ਮੈਸੇਜ ਦੇ ਵਿੱਚ ਪ੍ਰਭੂ ਇੱਕ ਅੱਧੀ ਚੀਜ਼ ਬੋਲਦਾ, ਜਿਸ ਦੀ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਉਹ ਉਸਨੇ ਉਹ ਇੱਕ ਚੀਜ਼ ਦੀ ਮਦਦ ਦੇ ਲਈ
ਉਹ ਸਾਨੂੰ ਯਾਦ ਕਰਾ ਰਿਹਾ ਹੁੰਦਾ। ਪਰ ਜਿਸ ਲਈ ਇੱਕ ਚੀਜ਼ ਉਹ ਬੋਲਦਾ, ਜਿਹੜੀ ਉਹਨੇ ਬੋਲਣੀ ਹੁੰਦੀ ਆ, ਉਹਦੇ ਵਿੱਚ ਤਾਕਤ। ਆਲ ਦਾ ਸਡਨ ਦੇਖੋ ਟੋਨ ਬਦਲ ਗਈ, ਕੌਣ ਬੋਲ ਰਿਹਾ ਉਹ ਬਦਲ ਗਿਆ। ਇਟਸ ਅ ਵੌਇਸ ਆਫ ਗॉड। ਇਹ ਪ੍ਰਭੂ ਦੀ ਆਵਾਜ਼ ਕਹਿ ਰਹੀ ਆ, ਉਸ ਸਮੇਂ ਤੁਹਾਡੇ ਪੁਰਖਿਆਂ ਨੇ ਮੇਰੇ ਕੰਮ ਦੇਖਣ ਤੇ ਵੀ ਮੈਨੂੰ ਪਰਖਿਆ। ਉਹਨਾਂ ਨੇ 40 ਸਾਲਾਂ ਤੱਕ ਮੈਨੂੰ ਅਕਾਇਆ, ਤਾਂ ਮੈਂ ਕਿਹਾ ਇਹ ਲੋਕ ਦਿਲਾਂ ਦੇ ਬੁਰੇ ਹਨ, ਇਹਨਾਂ ਨੇ ਮੇਰੇ ਰਾਹ ਨੂੰ ਨਹੀਂ ਜਾਣਿਆ ਹੈ। ਇਸ ਲਈ ਮੈਂ ਆਪਣੇ ਕ੍ਰੋਧ ਵਿੱਚ ਸੌਂ ਚੁੱਕੀ ਤੇ ਇਹ ਸੁਖ ਭਰੀ ਧਰਤੀ ਤੇ ਨਹੀਂ ਜਾਣਗੇ ਮੈਂ ਅਤੇ ਜੋ ਮੈਂ ਉਹਨਾਂ ਨੂੰ ਦੇਵਾਂਗਾ। God is speaking through him. क्या समा होएगा, क्या बरकत होएगी उत्थे। उत्थे नचण वाले स्वागत करने वाले नहीं आए हो सी, बंच चमचे नहीं उत्थे बैठे हो सी, राजा रंग रलियां नहीं मना रहा सी कि मैं राजा बन गया। राजा एक पुरोहित है, इस वेले एक महापुरोहित का रोल निभा रहा। और दस रहा कि उस सिंघासन ते मैं तां बैठा क्योंकि वो अपने सिंघासन ते बैठा, उस सिंघासन वाले ने मैनू ये सिंघासन दिता। सो तुसीं उसका ध्यान करो, उस वाल अपना ध्यान लाओ, उस दे वाल तुसीं खुशी दे नाल जाओ। अच्छा आओ 96 जबूर जिसनूं मिलदा हुण वो पढ़े। देखो किद्दां ये सारी चीज बनदी जा रही है, किद्दां सारी चीज वो स्टैप बाय स्टैप इसनूं बनाउंदा जा रहा। अगे चलो। हाँ नवां गीत ओके तुसीं पढ़ दिओ। ओके थैंक यू। प्रभु दे ਲਈ ਇੱਕ ਨਵਾਂ ਗੀਤ ਗਾਓ, ਹਾਂ ਇਹ ਸਭ ਧਰਤੀ ਵਾਸੀਓ ਪ੍ਰਭੂ ਦੇ ਲਈ ਗਾਓ, ਪ੍ਰਭੂ ਦੇ ਲਈ ਗਾਓ। ਉਸ ਦੇ ਨਾਂ ਨੂੰ ਧੰਨ ਕਹੋ, ਹਰ ਰੋਜ਼ ਉਸ ਦੀ ਮੁਕਤੀ ਦੇ ਸ਼ੁਭ ਸਮਾਚਾਰ ਬਾਰੇ ਦੱਸੋ। ਕੌਮਾਂ ਵਿੱਚ ਉਸ ਦੀ ਮਹਿਮਾ ਦਾ ਅਤੇ ਸਭ ਲੋਕਾਂ ਵਿੱਚ ਉਸ ਦੇ ਅਦਭੁਤ ਕੰਮਾਂ ਦਾ ਬਿਆਨ ਕਰੋ। ਪ੍ਰਭੂ ਮਹਾਨ ਹੈ, ਉਹ ਅਤਿਅੰਤ ਮਹਿਮਾ ਦੇ ਯੋਗ ਹੈ, ਉਹ ਸਭ ਦੇਵਤਿਆਂ ਨਾਲੋਂ ਵੱਧ ਭਗਤੀ ਦੇ ਯੋਗ ਹੈ। ਪਰਾਈਆਂ ਕੌਮਾਂ ਦੇ ਦੇਵਤੇ ਕੇਵਲ ਮੂਰਤੀਆਂ ਹਨ, ਪਰ ਪ੍ਰਭੂ ਨੇ ਆਕਾਸ਼ ਬਣਾਏ ਹਨ। ਉਸ ਦੇ ਕੋਲ ਆਦਰ ਅਤੇ ਪ੍ਰਤਾਪ ਹੈ, ਸ਼ਕਤੀ ਅਤੇ ਸੁੰਦਰਤਾ ਉਸ ਦੇ ਪਵਿੱਤਰ ਥਾਂ ਵਿੱਚ ਹਨ। हे ਸਭ ਧਰਤੀ ਦੇ ਲੋਕੋ ਪ੍ਰਭੂ ਨੂੰ ਮੰਨੋ, ਤੁਸੀਂ ਪ੍ਰਭੂ ਦੀ ਮਹਿਮਾ ਤੇ ਸ਼ਕਤੀ ਨੂੰ ਮੰਨੋ, ਤੁਸੀਂ ਪ੍ਰਭੂ ਦੇ ਨਾਂ ਦਾ ਪ੍ਰਤਾਪ ਮੰਨੋ। ਭੇਟ ਲੈ ਕੇ ਉਸ ਦੇ ਕੋਲ ਆਵੋ, ਪਵਿੱਤਰ ਵਸਤਰ ਪਹਿਨ ਕੇ ਪ੍ਰਭੂ ਦੀ ਆਰਾਧਨਾ ਕਰੋ। हे ਸਭ ਧਰਤੀ ਵਾਸੀਓ ਉਸ ਦੇ ਅੱਗੇ ਕੰਬੋ, ਸਭ ਕੌਮਾਂ ਨੂੰ ਦੱਸੋ ਪ੍ਰਭੂ ਰਾਜ ਕਰਦਾ ਹੈ। ਹਾਂ ਸੰਸਾਰ ਸਥਿਰ ਹੈ, ਇਹ ਕਦੇ ਹਿੱਲੇਗਾ ਨਹੀਂ। ਉਹ ਲੋਕਾਂ ਦਾ ਨਿਆਂ ਨਿਰਪੱਖਤਾ ਨਾਲ ਕਰੇਗਾ। हे ਆਕਾਸ਼ ਅਤੇ ਧਰਤੀ ਆਨੰਦਿਤ ਹੋਵੋ, हे ਸਮੁੰਦਰ ਅਤੇ ਧਰਤੀ, हे ਸਮੁੰਦਰ ਅਤੇ ਇਸ ਦੀ ਸਭ ਭਰਪੂਰੀ ਨਾਰੇ ਮਾਰੋ। हे ਖੇਤੋ ਅਤੇ ਜੋ ਸਭ ਇਸ ਵਿੱਚ ਹੈ ਖੁਸ਼ ਹੋਵੋ। ਤਦ ਜੰਗਲ ਦੇ ਸਭ ਰੁੱਖ ਵੀ ਖੁਸ਼ੀ ਦੇ ਗੀਤ ਗਾਉਣਗੇ, ਕਿਉਂਕਿ ਪ੍ਰਭੂ ਧਰਤੀ ਤੇ ਰਾਜ ਕਰਨ ਲਈ ਆ ਰਿਹਾ ਹੈ। ਉਹ ਸੰਸਾਰ ਅਤੇ ਲੋਕਾਂ ਦਾ ਸੱਚਾਈ ਤੇ ਸੱਤ ਨਾਲ ਨਿਆਂ ਕਰੇਗਾ। Amen. ਇਸ ਨੂੰ ਕਹਿੰਦੇ ਸਪੌਂਟੇਨੀਅਸ ਵਰਸ਼ਿਪ। ਔਰ ਇਹ ਇੱਕ ਐਸੀ ਵਰਸ਼ਿਪ ਹੁੰਦੀ ਹੈ ਜਿਹੜੀ ਵਰਸ਼ਿਪ ਕਰਦੇ ਕਰਦੇ ਉਹਦੇ ਵਿੱਚੋਂ ਨਿਕਲਦੀ। ਔਰ ਇਸ ਵੇਲੇ ਜਿਹੜੀ ਪ੍ਰਭੂ ਦੀ ਉਹ ਉਸਤਤ ਕਰ ਰਿਹਾ, ਇਹ ਜਸਟ ਕਮਿੰਗ, ਇਹ ਅੰਦਰੋਂ ਨਿਕਲਦੀ ਪਈ, ਲੋਕਾਂ ਨੂੰ ਕਹਿ ਰਿਹਾ, ਲੋਕਾਂ ਨੂੰ ਇਹ ਚੀਜ਼ ਉਹ ਕਹਿ ਰਿਹਾ, ਲੋਕਾਂ ਨੂੰ ਜੋ ਪ੍ਰਭੂ ਦੇ ਜੋ ਆਪਣੇ ਲੋਕ ਆ, ਜੋ ਦਾਊਦ ਨੂੰ ਪ੍ਰਭੂ ਨੇ ਦਿੱਤੇ ਆ, ਉਹ ਇਸ ਵੇਲੇ ਚੀਜ਼ਾਂ ਨਹੀਂ ਗਿਣਦਾ ਪਿਆ ਕਿ ਮਾਲ ਮੱਤਾ ਕਿੱਥੇ ਪਿਆ। ਦਾਊਦ ਦੇ ਲਈ ਕਿਲਾ ਵੀ ਆਪ ਨਹੀਂ ਉਸਨੇ ਬਣਾਇਆ, ਉਹ ਵੀ ਰਾਜਾ ਹਿਰਾਮ ਨੇ ਸਾਰਾ ਕੁਝ ਕਰਕੇ ਉਹਨੇ ਬੰਦੇ ਵੀ ਘੱਲਤੇ, ਲੱਕੜ ਵੀ ਘੱਲ ਦਿੱਤੀ ਔਰ ਉੱਥੋਂ ਪੱਥਰ ਵੀ ਘੱਲ ਦਿੱਤੇ ਉਹਨੇ। ਦਾਊਦ ਨੇ ਤਾਂ ਆਪਣੇ ਰਹਿਣ ਦੇ ਲਈ ਘਰ ਵੀ ਨਹੀਂ ਬਣਾਇਆ, ਕਿਲਾ ਵੀ ਨਹੀਂ ਬਣਾਇਆ। ਔਰ ਉਹ ਉਹਨਾਂ ਚੀਜ਼ਾਂ ਦੇ ਵਿੱਚ ਵੀ ਉਹ ਵੀ ਕੋਈ ਹੋਰ ਤਿਆਰ ਕਰਦਾ ਪਿਆ ਤੇ ਦਾਊਦ
ਲੋਕਾਂ ਨੂੰ ਪ੍ਰਭੂ ਦੀ ਉਸਤਤ ਦੇ ਬਾਰੇ ਦੱਸਦਾ ਪਿਆ। ਪ੍ਰਭੂ ਦੇ ਲਈ ਇੱਕ ਨਵਾਂ ਗੀਤ ਗਾਓ, ਪ੍ਰਭੂ ਦੀ ਉਸਤਤ ਕਰੋ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰਹੋ, ਕਿਉਂਕਿ ਇੱਕੋ ਹੀ ਰਾਜ ਸਥਿਰ ਆ, ਬਾਕੀ ਸਾਰੇ ਰਾਜ ਅਸਥਿਰ, ਸਾਰੇ ਰਾਜ ਅਸਥਿਰ। मैसेडोनियन सिकंदर आया, हिंदुस्तान तक उसका राज सी, नहीं रहा। उस तो बाद रोमन उठे, उन्हां दा राज भी हिंदुस्तान दी सीमा तक सी, नहीं रहे। उस तो बाद अगर असी कोई बड़ा राज फैलदा देखते हैं तो ब्रिटिश दा सीगा, सूरज ही नहीं डुबदा सीगा, नहीं रहा, वापस उत्थे ही आ गए। हुण उत्थे भी लड़ाई पई हो ते वो भी आपस दे विच वंडना मंगदे आ कि सानू भी तू वखरा कर दे, नहीं रहा। इस वेले असीं नॉर्थ अमेरिका जिहड़ा हैगा ये मनदा पिया कि साडा दुनिया दे उत्ते राज ये भी नहीं रहेगा, इक्को ही राज स्थिर और प्रभु दा राज स्थिर। और जिहड़ा प्रभु दे राज दे विच जिहड़ा वासी आ ਉਹਦੇ ਨਾਲ ਸਥਿਰ। ਇਸ ਕਰਕੇ ਅਸੀਂ ਸਾਡੇ ਕੋਲ ਦੋ ਸਿਟੀਜ਼ਨ ਦੋਵਾਂ ਜਗ੍ਹਾਵਾਂ ਦੇ ਅਸੀਂ ਸਿਟੀਜ਼ਨ, ਧਰਤੀ ਦੇ ਉੱਤੇ ਜਿਹੜੇ ਮੁਲਕ ਦੇ ਵਿੱਚ ਰਹਿ ਰਹੇ ਹਾਂ ਜਾਂ ਜਿਹੜਾ ਮੁਲਕ ਅਪਣਾਇਆ ਅਸੀਂ ਉੱਥੇ ਦੇ ਸਿਟੀਜ਼ਨ, ਪਰ ਉਸ ਦੇ ਨਾਲ ਨਾਲ ਇਸ ਧਰਤੀ ਦੇ ਉੱਤੇ ਅਸੀਂ ਸਵਰਗ ਦੇ ਸਿਟੀਜ਼ਨ, ਉਸ ਸਥਿਰ ਰਾਜ ਦੇ ਨਾਲ ਅਸੀਂ ਜੁੜੇ ਹਾਂ। अस्थिर दे विच रह रहे हैं पर स्थिर जिहड़ा रहेगा हमेशा रहेगा, असीं उस दे नाल जुड़े होवां। और वो उस प्रभु की महिमा करदा पिया कि साउल समझदा सी मेरा राज आ, पर नहीं, राज तेरा है, क्योंकि तेरा राज स्थिर, तू लियांदा, तू उसनूं तोड़ दिता, तू मैनूं लैके आया। इसलिए हुण खुशी दे नाल एक प्रभु की उस्तत करो। वो लोगों को इक्को चीज देखो, किद्दां एक राजा अपने लोगों को कह रहा प्रभु दे वल ध्यान लाओ, उन्हां दे विच बैठा गाउंदा पिया, प्रभु की उस्तत करदा पिया। और जिस वेले ये वो गा रहा होएगा तो क्यों नहीं वो नच रहा होएगा। मूवी दे विच एवें दिखा दिंदे आ कि जी वो मोरे नचदा इदां उदां करदा, दैट्स रिडिकुलस। इस करके मैं तुहानूं मूवी नहीं दिखाई मुझे एक भी मूवी दे नाल एक किसी भी मूवी दे उस उन्हां सीनां दे नाल मैं इट डजंट गिव मी पीस। भाई प्रभु दी उस्तत गा रहा, वो डफां बजा रहा, प्रभु दा आत्मा पूरी दे नाल उहदे उत्ते उतरिया। इस वेले पूरी दे विच आओ और उत्थे प्रभु दे लई ये सारे वो भजन गा रहा। साडे कोल थोड़ा जिहा टाइम होर हैगा, आओ असीं साम 97 देखिए। और जिद्दां मैं तुहानूं कहा कि ये बेसिकली इक्को ही जबूर आ, ये इन्हां नूं वख-वख कीता ते असीं कीता। सो ये उन्हां दिनां दा इक्को ही जबूर आ जो वो लोकां दे सामने प्रेजेंट कर रहा। साम 97 जिसनूं परमेश्वर महाशासक प्रभु राज करता है, धरती खुश होवे, सब टापू निवासी आनंद मनाउण, बदल अते हनेर उस दे चारे पासे हन, सच्चाई अते न्याय उस दे सिंघासन दी नींह हन। उस दे अगे अग बढ़दी जांदी है जो उस दे विरोधियां नूं भस्म करदी जांदी है। उस दे तेज चमकारे संसार नूं चमकाउंदे हन अते धरती ये देख के डर जांदी है। पहाड़ मोम दे वांग प्रभु दे अगे पगड़ गए। वो सब धरती दा प्रभु है, आकाश उस दे सत नूं प्रगट करदे हन अते सब लोकां ने उस दी महिमा दे दर्शन कीते। सब उकरियां मूर्तियां दे पूजन वाले अते व्यर्थ चीजां ते हंकार करन वाले शर्मिंदे हो गए। सब देवते उस सामने झुक गए। हे प्रभु, तेरे न्याय बारे सुन के सियोन दे लोग खुश होए अते यहूदा दी संतान आनंदित हो उठी। हे प्रभु, तू सब धरती ते सब तो उच्चा है, तू सब देवतियां तो उत्ते है।
हे प्रभु ਨੂੰ ਪਿਆਰ ਕਰਨ ਵਾਲਿਓ, ਬੁਰਾਈ ਤੋਂ ਘਿਰਨਾ ਕਰੋ। ਪ੍ਰਭੂ ਆਪਣੇ ਭਗਤਾਂ ਦੇ ਪ੍ਰਾਣਾਂ ਦੀ ਸੰਭਾਲ ਕਰਦਾ ਹੈ। ਉਹ ਉਹਨਾਂ ਨੂੰ ਦੁਸ਼ਟ ਦੇ ਹੱਥੋਂ ਬਚਾਉਂਦਾ ਹੈ। ਭਲੇ ਮਨੁੱਖ ਤੇ ਚਾਨਣ ਚਮਕਦਾ ਹੈ ਅਤੇ ਸਾਫ਼ ਦਿਲ ਵਾਲੇ ਨੂੰ ਆਨੰਦ ਮਿਲਦਾ ਹੈ। हे ਭਲੇ ਲੋਕੋ, ਪ੍ਰਭੂ ਤੋਂ ਖੁਸ਼ ਹੋਵੋ ਅਤੇ ਉਸਦੇ ਪਵਿੱਤਰ ਨਾਂ ਦੇ ਲਈ ਉਸ ਦਾ ਧੰਨਵਾਦ ਕਰੋ। ਧੰਨਵਾਦ ਕਰੋ। ਸੋ ਅਗੇਨ ਉਸਨੇ ਉਹੀ ਜਿਹੜੀ ਰੂਟੀਨ ਆ, ਉਸ ਰੂਟੀਨ ਦੇ ਨਾਲ ਉਹ ਚੱਲਦਾ ਪਿਆ। ਉਸੇ ਰੂਟੀਨ ਦੇ ਨਾਲ ਆਪਣੀ ਕੰਗਰੀਗੇਸ਼ਨ ਜਿਹੜੀ ਪ੍ਰਭੂ ਦੀ ਉੱਥੇ ਉਹਦੇ ਮੂਹਰੇ ਬੈਠੇ ਹੋ, ਪ੍ਰਭੂ ਦੇ ਲੋਕ ਬੈਠੇ ਹੋ ਆ, ਜਿਹੜੇ ਪ੍ਰਭੂ ਨੇ ਉਸਨੂੰ ਭੇਡਾਂ ਦਿੱਤੀਆਂ ਆ ਔਰ ਉਹ ਚਰਵਾਹਾ ਆ। ਔਰ ਦੇਖੋ ਉਹਨਾਂ ਨੂੰ ਕਿੱਦਾਂ ਪ੍ਰਭੂ ਦੇ ਮਾਰਗ ਦਿਖਾ ਰਿਹਾ, ਕਿੱਦਾਂ ਕਿੰਨੇ ਸੋਹਣੇ ਤਰੀਕੇ ਦੇ ਨਾਲ ਦਾਊਦ ਨੇ ਆਪਣਾ ਰਾਜ ਸ਼ੁਰੂ ਕੀਤਾ। ਔਰ ਦਾਊਦ ਨੇ ਇੱਥੇ ਹਾਲੇ ਤੱਕ ਵੀ ਕੱਖ ਨਹੀਂ ਕੀਤਾ। ਜਿੱਦਾਂ ਅਸੀਂ ਦੇਖ ਕੇ ਹਟੇ ਹਾਂ, ਉਹਦਾ ਘਰ ਕੋਈ ਜਣਾ ਹੋਰ ਬਣਾ ਰਿਹਾ, ਹਿਰਾਮ ਦਾ ਰਾਜਾ ਬਣਾ ਰਿਹਾ, ਜਿਹੜਾ ਦੂਜੀ ਕੌਮ ਤੋਂ। ਲੋਕ ਆਪਣਾ ਆਪਣਾ ਖਾਣਾ ਨਾਲ ਲੈ ਕੇ ਆਏ ਔਰ ਉਹ ਸਾਰੇ ਦਾਊਦ ਨੂੰ ਆਪਣਾ ਰਾਜਾ ਬਣਾਉਣ ਆਏ ਆ। ਉਹ ਕਹਿੰਦਾ ਭਾਈ ਦਾਊਦ ਵੱਲ ਨਾ ਦੇਖੋ, ਉਹਦੇ ਵੱਲ ਦੇਖੋ ਜਿਹਨੇ ਦਾਊਦ ਨੂੰ ਇੱਥੇ ਤੱਕ ਲਿਆਂਦਾ। ਆਪਣੇ ਪ੍ਰਭੂ ਪਰਮੇਸ਼ਰ ਦੇ ਵੱਲ ਦੇਖੋ, ਆਪਣੇ ਪ੍ਰਭੂ ਦੇ ਵੱਲ ਧਿਆਨ ਕਰੋ ਜਿਸਨੂੰ ਤੁਸੀਂ ਛੱਡਿਆ ਆ। ਔਰ ਇਸੇ ਚੀਜ਼ਾਂ ਦੇ ਵਿੱਚ ਉਹ ਕਹਿ ਰਿਹਾ ਅਖੀਰ ਦੇ ਵਿੱਚ ਕਿ ਕਿਉਂ ਉਸਨੇ ਇਹ ਚੀਜ਼ ਗੱਬੇ ਕਹੀ। ਬਾਕੀ ਤਾਂ ਚਲੋ ਠੀਕ ਹੈ, ਬਾਕੀ ਤਾਂ ਆਪਾਂ ਨੂੰ ਸਮਝ ਆ ਰਿਹਾ। ਤੇ ਸਭ ਉਕਰੀਆਂ ਮੂਰਤੀਆਂ ਨੂੰ ਪੂਜਣ ਵਾਲੇ, ਵਿਅਰਥ ਚੀਜ਼ਾਂ ਤੇ ਹੰਕਾਰ ਕਰਨ ਵਾਲੇ ਸ਼ਰਮਿੰਦੇ ਹੋਣਗੇ। ਸਭ ਦੇਵਤੇ ਉਸ ਸਾਹਮਣੇ ਝੁਕ ਗਏ। हे ਪ੍ਰਭੂ, ਤੇਰੇ ਨਿਆਂ ਨੂੰ ਸੁਣ ਕੇ ਸਿਓਨ ਦੇ ਲੋਕ ਖੁਸ਼ ਹੋਏ ਅਤੇ ਯਹੂਦਾ ਦੀ ਸੰਤਾਨ ਆਨੰਦਿਤ ਹੋ, ਕਿਉਂਕਿ ਸਾਊਲ ਦਾ ਪਰਿਵਾਰ ਹਾਲੇ ਵੀ ਦੂਜਿਆਂ ਦੇਵਤਿਆਂ ਨੂੰ ਪੂਜਦਾ ਸੀ, ਲੋਕਾਂ ਨੂੰ ਹਟਾਉਂਦੇ ਫਿਰਦੇ ਸੀ। ਲੋਕਾਂ ਦੇ ਲਈ ਉਸਨੇ ਮੌਤ ਦੀ ਸਜ਼ਾ ਰੱਖੀ ਸੀ ਤੇ ਆਪਣੀ ਧੀ ਦੇ ਕਮਰੇ ਦੇ ਵਿੱਚ ਹਾਲੇ ਵੀ ਉਹ ਬੁੱਤ ਸੀਗਾ, ਉਹ ਜਿਹੜੀ ਰਖੇਲ ਚੋਰੀ ਕਰਕੇ ਲਿਆਈ ਸੀ। ਇਹਦੀ ਸਾਊਲ ਦੇ ਜਿਹੜਾ ਬਿਨਿਆਮੀਨ ਦੀ ਮਾਂ, ਉਹਨਾਂ ਨੇ ਨਾਸ਼ ਨਹੀਂ ਕੀਤੇ ਸੀਗੇ, ਉਹਦੀ ਗੱਲ ਉਹ ਕਰਦਾ ਪਿਆ। ਕਹਿੰਦਾ ਉਹ ਸਭ ਝੁਕ ਗਏ ਤੇ ਖੁਸ਼ੀ ਕਿਹਨੇ ਮਨਾਈ? ਖੁਸ਼ੀ ਮਨਾਈ ਕਿਉਂਕਿ ਦਾਊਦ ਜਿਹੜਾ ਸੀਗਾ ਇਹ ਯਹੂਦਾ ਦੇ ਕਬੀਲੇ ਦੇ ਵਿੱਚੋਂ ਸੀ। ਕਹਿੰਦਾ ਯਹੂਦਾ ਦੀ ਸੰਤਾਨ ਆਨੰਦਿਤ ਹੋਈ, ਯਹੂਦਾ ਦੀ ਸੰਤਾਨ ਨੂੰ ਉਸਨੇ ਖੁਸ਼ੀ ਦਿੱਤੀ। ਕਾਸ਼ ਸਾਡੇ ਕੋਲ 2-3 ਘੰਟੇ ਹੁੰਦੇ ਤਾਂ ਆਪਾਂ ਸਾਰੀਆਂ ਚੀਜ਼ਾਂ ਦੇ ਵਿੱਚ ਦੀ ਲੰਘਦੇ। ਮੈਂ ਤੁਹਾਨੂੰ ਉਹ ਜਿੱਦਾਂ ਕਿ ਜਿਹੜੀਆਂ ਮੇਨ ਚੀਜ਼ਾਂ ਉਹ ਦਿਖਾਉਣਾ ਪਿਆ। ਭਲੇ ਮਨੁੱਖ ਤੇ ਦੇਖੋ, हे ਪ੍ਰਭੂ ਦੇ ਪਿਆਰ ਕਰਨ ਵਾਲਿਓ, 10ਵੀਂ 11 ਪਰ हे ਪ੍ਰਭੂ ਦੇ ਪਿਆਰ ਕਰਨ ਵਾਲਿਓ, ਬੁਰਾਈ ਤੋਂ ਘਿਰਨਾ ਨਾ ਕਰੋ। ਪ੍ਰਭੂ ਆਪਣੇ ਭਗਤਾਂ ਦੇ ਪ੍ਰਾਣਾਂ ਦੀ ਸੰਭਾਲ ਕਰਦਾ ਹੈ। ਉਹ ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ। ਭਲੇ ਮਨੁੱਖ ਤੇ ਚਾਨਣ ਚਮਕਦਾ ਹੈ ਅਤੇ ਸਾਫ਼ ਦਿਲ ਵਾਲੇ ਨੂੰ ਆਨੰਦ ਮਿਲਦਾ ਹੈ। हे ਭਲੇ ਲੋਕੋ, ਪ੍ਰਭੂ ਤੋਂ ਖੁਸ਼ ਹੋਵੋ ਅਤੇ ਉਸਦੇ ਪਵਿੱਤਰ ਨਾਂ ਦੇ ਲਈ ਉਸਦਾ ਧੰਨਵਾਦ ਕਰੋ। What a blessing! ਆਨੰਦ ਆ ਗਿਆ ਕਿ ਨਹੀਂ ਪ੍ਰਭੂ ਦੀ ਹਜ਼ੂਰੀ ਤੋਂ। ਸਾਡੀ ਜਰੂਸਲਮ ਦੇ ਵਿੱਚ ਫੇਰੀ ਸੀਗੀ ਜਿਸ ਲਈ ਦਾਊਦ ਪ੍ਰਭੂ ਦਾ ਸੰਦੂਕ ਉੱਥੇ ਲੈ ਕੇ ਆਇਆ। ਇਹ ਉਸ ਸਮੇਂ ਦੇ ਸ਼ਬਦ ਆ ਜਿਹੜੇ ਉਸਨੇ ਕਹੇ। ਸੋ ਆਓ ਦੁਆ ਕਰੀਏ। ਮੈਂ ਕੱਲ ਨੂੰ ਤੁਹਾਨੂੰ ਸਹੀ ਜਗ੍ਹਾਵਾਂ ਦਿਖਾਊਂਗਾ। ਕੱਲ ਨੂੰ ਵੀ ਸਾਡਾ ਇਸੇ ਤਰ੍ਹਾਂ ਦਾ ਦਿਨ, ਅਸੀਂ ਦਾਊਦ ਦੇ ਇਹਨਾਂ ਜ਼ਬੂਰਾਂ ਨੂੰ ਦੇਖਾਂਗੇ ਔਰ ਉਹਨਾਂ ਤੋਂ ਬਰਕਤ ਪ੍ਰਾਪਤ ਕਰਾਂਗੇ। ਲੈਟ ਅਸ ਪ੍ਰੇ। ਸਾਡਾ ਟਾਈਮ ਹੋ ਗਿਆ 7 ਵਜੇ। ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਮਹਾਨ ਪਰਮੇਸ਼ਵਰ, ਤੂੰ ਦਿਆਲੂ ਆ, ਕਿਰਪਾਲੂ ਆ। ਤੂੰ ਸੱਚਮੁੱਚ ਪ੍ਰਭੂ ਭਲਿਆਂ ਤੇ ਰਹਿਮ ਕਰਦਾ, ਡਿੱਗਿਆਂ ਨੂੰ ਉਠਾਲਦਾ। ਉਹ ਪਿਆਰੇ ਪ੍ਰਭੂ, ਕੋੜੀਆਂ ਨੂੰ ਤੂੰ ਗਲ ਲਾਉਣਾ। ਇੱਕ ਔਰਤ ਪ੍ਰਭੂ ਜੀ ਜਿਸ ਨੂੰ ਸਾਰੀ ਦੁਨੀਆ ਉਸਦੇ ਵੱਲ ਉਂਗਲਾਂ ਚੁੱਕਦੀ ਪਈ ਸੀ,
ਉਸਦਾ ਪਾਪ ਦਿਖਾਉਂਦੀ ਪਈ ਸੀ, ਉਸਦੇ ਪਾਪ ਦੇ ਨਾਲ ਉਸਨੂੰ ਬੁਲਾਉਂਦੀ ਸੀ। ਤੂੰ ਉਸਦਾ ਨਾਮ ਲੈ ਕੇ ਬੁਲਾਇਆ ਕਿ ਮੇਰੇ ਕੋਲ ਆ ਜਾ। ਕਿੰਨਾ ਤੇਰਾ ਸ਼ੁਕਰ ਹੈ ਪ੍ਰਭੂ ਜੀ। ਅੱਖਾਂ ਦੇ ਅੰਨਿਆਂ ਦੇ ਉੱਤੇ ਤੂੰ ਕਿਰਪਾ ਕੀਤੀ, ਗਰੀਬਾਂ ਦੇ ਉੱਤੇ ਤੂੰ ਰਹਿਮ ਕੀਤੀ। ਉਹ ਗਰੀਬ ਲੋਕ ਪ੍ਰਭੂ ਜੀ ਗਲੀਲ ਦੇ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਅੱਜ ਪ੍ਰਭੂ ਜੀ ਉਹਨਾਂ ਦੇ ਨਾਮਾਂ ਦੇ ਉੱਤੇ ਸੇਂਟ ਪੀਟਰਸਬਰਗ ਔਰ ਨਾਮਾਂ ਦੇ ਉੱਤੇ ਪ੍ਰਭੂ ਜੀ ਸ਼ਹਿਰਾਂ ਦੇ ਨਾਂ, ਹਸਪਤਾਲਾਂ ਦੇ ਨਾਂ, ਸਕੂਲਾਂ ਦੇ ਨਾਂ, ਬੱਚਿਆਂ ਦੇ ਨਾਮ ਰੱਖੇ ਜਾਂਦੇ ਆ। ਤੂੰ ਗਰੀਬਾਂ ਨੂੰ ਇਸ ਤਰ੍ਹਾਂ ਚੁੱਕਦਾ ਪ੍ਰਭੂ ਜੀ, ਜੋ ਤੇਰੇ ਤੇ ਭਰੋਸਾ ਕਰ ਲੈਂਦੇ ਆ, ਅੱਖਾਂ ਮੀਟ ਕੇ ਭਰੋਸਾ ਕਰ ਲੈਂਦੇ ਪ੍ਰਭੂ ਜੀ, ਉਹਨਾਂ ਨੂੰ ਬਰਕਤ ਮਿਲਦੀ ਹੈ। ਤੇਰਾ ਸ਼ੁਕਰ ਕਰਦੇ ਹਾਂ। ਔਰ ਪ੍ਰਭੂ ਜੀ ਦੁਨੀਆ ਤਾਂ ਕਹਿੰਦੀ ਜੋ ਥੱਲੇ ਦੇਖ ਕੇ ਤੁਰਦਾ ਉਹ ਠੇਡਾ ਨਹੀਂ ਖਾਂਦਾ, ਪਰ ਪ੍ਰਭੂ ਜੀ ਤੇਰੇ ਵਿੱਚ ਉਲਟਾ, ਜਿਹੜਾ ਆਪਣਾ ਮੂੰਹ ਤੇਰੇ ਵੱਲ ਨੂੰ ਤੱਕਦਾ ਔਰ ਤੁਰਿਆ ਜਾਂਦਾ, ਖੁਦਾਵੰਦ ਉਹ ਕਦੀ ਠੇਡਾ ਨਹੀਂ ਖਾਂਦਾ, ਉਹ ਕਦੀ ਠੇਡਾ ਨਹੀਂ ਖਾਂਦਾ। ਪਿਆਰੇ ਪ੍ਰਭੂ ਆਪਣੇ ਬੱਚਿਆਂ ਦੇ ਉੱਤੇ ਕਿਰਪਾ ਕਰੀ, ਆਪਣੀ ਸ਼ਾਂਤੀ, ਆਪਣੇ ਆਰਾਮ, ਆਪਣੇ ਪਿਆਰ ਦੇ ਨਾਲ ਇਹਨਾਂ ਨੂੰ ਭਰ ਕੇ ਰੱਖੀ। ਮੇਰੇ ਪਿਆਰੇ ਪ੍ਰਭੂ ਤੇਰਾ ਰਹਿਮ, ਤੇਰੀ ਦਇਆ, ਤੇਰੀ ਕੁਦਰਤ ਸਾਡੇ ਸਾਰੇ ਪਾਸੇ ਬਣੀ ਰਹੇ। ਇਹ ਸਭ ਕੁਛ ਪ੍ਰਭੂ ਜੀ ਅਸੀਂ ਦਾਊਦ ਦੇ ਆਲੇ ਦੁਆਲੇ ਲੱਗਿਆ ਦੇਖਿਆ ਕਿ ਕਿਸ ਤਰ੍ਹਾਂ ਤੂੰ ਉਸਨੂੰ ਸੱਜਿਓਂ ਖੱਬਿਓਂ ਅੱਗਿਓਂ ਪਿੱਛੋਂ ਪ੍ਰਭੂ ਜੀ ਆਪਣੇ ਬੰਦੇ ਨੂੰ ਸੰਭਾਲਿਆ। ਕਿਸ ਤਰ੍ਹਾਂ ਪ੍ਰਭੂ ਜੀ ਤੂੰ ਉਸਨੂੰ ਅੰਦਰੋਂ ਆਪਣੀ ਆਤਮਾ ਦੇ ਨਾਲ ਭਰਿਆ, ਕਿਸ ਤਰ੍ਹਾਂ ਉੱਪਰੋਂ ਹਮੇਸ਼ਾ ਤੇਰੀ ਨਿਗਾਹਬਾਨੀ ਤੇਰੇ ਬੰਦੇ ਤੇ ਲੱਗੀ ਰਹੀ, ਔਰ ਕਿਸ ਤਰ੍ਹਾਂ ਪ੍ਰਭੂ ਜੀ ਤੂੰ ਉਸਦੇ ਪੈਰਾਂ ਨੂੰ ਸਹੀ ਰਸਤੇ ਦੇ ਉੱਤੇ ਚਲਾਇਆ, ਸਹੀ ਡਿਸੀਜਨ ਬਣਾਉਣ ਦੇ ਲਈ ਚਲਾਇਆ। ਔਰ ਪ੍ਰਭੂ ਜੀ ਕਿਉਂਕਿ ਉਸਨੇ ਤੈਨੂੰ ਪਿਆਰ ਕੀਤਾ, ਤੂੰ ਸਾਰੀ ਕੌਮ ਨੂੰ ਉਸਦੇ ਪਿਆਰ ਦੇ ਵਿੱਚ ਰੰਗ ਦਿੱਤਾ। ਤੇਰਾ ਕਿੰਨਾ ਸ਼ੁਕਰ। ਪਿਆਰ ਪਾਉਣ ਦੇ ਲਈ ਪ੍ਰਭੂ ਜੀ ਤੈਨੂੰ ਪਿਆਰ ਕਰਨਾ ਪੈਂਦਾ, ਚੀਜ਼ਾਂ ਦੇ ਲਈ ਨਹੀਂ ਪ੍ਰਭੂ ਜੀ, ਚੀਜ਼ਾਂ ਦੇ ਲਈ ਨਹੀਂ, ਪਰ ਤੈਨੂੰ ਅੰਤ ਕਰਨ ਦੇ ਨਾਲ ਪਿਆਰ ਕਰਨਾ ਪੈਂਦਾ। ਮੇਰੇ ਪਿਆਰੇ ਪ੍ਰਭੂ ਇਸੇ ਤਰ੍ਹਾਂ ਤੂੰ ਸਾਡੇ ਅੱਗੇ ਔਰ ਸਾਡੇ ਪਿੱਛੇ, ਸੱਜੇ ਔਰ ਖੱਬੇ ਆਪਣੀ ਰਾਖੀ, ਆਪਣਾ ਰਹਿਮ ਔਰ ਪ੍ਰਭੂ ਜੀ ਆਪਣੀ ਕਿਰਪਾ, ਦਇਆ, ਆਰਾਮ, ਸ਼ਾਂਤੀ ਪ੍ਰਭੂ ਜੀ ਇਹਨਾਂ ਦਾ ਪਹਿਰਾ ਲਾ ਕੇ ਰੱਖੀ। ਪੈਰਾਂ ਦੇ ਵਿੱਚ ਛੋਟਾ ਰਸਤਾ ਜੋ ਪ੍ਰਭੂ ਤੂੰ ਆਪ ਆ, ਸਵਰਗ ਤੋਂ ਤੇਰੀ ਨਿਗਾਹਬਾਨੀ ਜੋ ਪ੍ਰਭੂ ਜੀ ਸਾਡੇ ਤੇ ਲੱਗੀ ਹੋਆ, ਔਰ ਅੰਦਰ ਤੇਰਾ ਪਵਿੱਤਰ ਆਤਮਾ, ਉਸ ਦਾ ਸਾਥ ਸਾਡੇ ਨਾਲ ਬਣਿਆ ਰਹੇ। हे ਪਿਆਰੇ ਪ੍ਰਭੂ ਅਸੀਂ ਇਸੇ ਤਰ੍ਹਾਂ ਟੱਕੇ ਛੁਪੇ ਪ੍ਰਭੂ ਜੀ ਤੇਰੇ ਵੱਲ ਚੱਲਦੇ ਰਹੀਏ, ਔਰ ਲੁਕੋ ਕੇ ਨਹੀਂ ਪ੍ਰਭੂ ਜੀ ਇਸ ਦੁਨੀਆ ਦੇ ਵਿੱਚ ਅਸੀਂ ਚਾਨਣ ਬਣੀਏ, ਪਰ ਤੇਰੇ ਵਿੱਚ ਛੁਪੀਏ। ਸਾਡੀ ਛੁਪਣ ਦੀ ਥਾਂ ਪ੍ਰਭੂ ਜੀ ਸਿਰਫ ਤੂੰ ਆ, ਔਰ ਜੋ ਰੋਸ਼ਨੀ ਦੇ ਵਿੱਚ ਛੁਪਦਾ ਉਸਨੂੰ ਸਭ ਦੇਖਦੇ ਆ। ਇਹ ਵੀ ਪ੍ਰਭੂ ਜੀ ਇਸ ਦੁਨੀਆ ਤੋਂ ਉਲਟ ਕਿੱਡੀ ਵੱਡੀ ਤੇਰੀ ਰਹਿਮ, ਕਿੰਨਾ ਮਹਾਨ ਵਚਨ ਆ ਪ੍ਰਭੂ ਜੀ, ਜਿਸਨੂੰ ਅਸੀਂ ਪੜ੍ਹਦੇ ਨਹੀਂ, ਜਿਸਨੂੰ ਅਸੀਂ ਦੇਖਦੇ ਨਹੀਂ। ਉਹ ਮੇਰੇ ਪਿਆਰੇ ਪ੍ਰਭੂ ਸਾਡੇ ਤੇ ਰਹਿਮ ਕਰ, ਦਇਆ ਕਰ। ਤੇਰੀ ਸ਼ਾਂਤੀ, ਤੇਰਾ ਆਰਾਮ, ਤੇਰਾ ਜਦੋਂ ਤੱਕ ਅਸੀਂ ਦੁਆਰਾ ਮਿਲੀਏ ਸਾਡੇ ਨਾਲ ਬਣਿਆ ਰਹੇ। ਮਸੀਹ ਯਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ, ਔਰ ਸਾਰੇ ਭੈਣ ਭਰਾ ਕਹਿਣ ਬਲੈਸ ਯੂ ਆਲ। ਕੱਲ ਨੂੰ ਅਸੀਂ ਥੋੜੇ ਜਿਹੇ ਜ਼ਬੂਰ ਹੋਰ ਦੇਖਾਂਗੇ ਇਸੇ ਤਰ੍ਹਾਂ। ਫਿਰ ਮੈਂ ਤੁਹਾਨੂੰ ਕੁਛ ਇੱਕ ਜ਼ਬੂਰ ਜਿਹੜੇ ਮੈਂ ਉਦੋਂ ਤੁਹਾਨੂੰ ਦੱਸ ਦੂੰਗਾ, ਤੁਸੀਂ ਉਹ ਆਪ ਪੜ੍ਹਿਓ। ਔਰ ਸਾਡੇ ਕੋਲ ਹੁਣ ਉਨਾ ਕੁ ਸਮਾਂ ਹੁੰਦਾ, ਸੋ ਖੁਦਾਵੰਦ ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਪ੍ਰਭੂ ਤੁਹਾਨੂੰ ਸਭ ਨੂੰ ਬਲੈਸ ਕਰੇ ਔਰ ਆਪਣੀ ਬਰਕਤ ਦੇ ਵਿੱਚ ਸੰਭਾਲ ਕੇ ਰੱਖੇ।